ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਸਤਿਗੁਰ ਹਰਿ ਰਾਏ ਜੀ, ਭਗਤ ਮੁਕਤ ਦੇ ਦਾਨ। ਨਿਤ ਅਨੇਕ ਹੀ ਹੋਤ ਹੈ, ਸਿੱਖ ਸਹਿਤ ਕਲਿਆਣ। ਸ੍ਰੀ ਸਤਿਗੁਰ ਹਰਿ ਰਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਸੁੱਖਾਂ ਦੇ ਸਾਗਰ। ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ। ਦੀਨਾ ਬੰਧੂ ਦੀਨਾਨਾਥ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰਿ। ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਦਾ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ। ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਅਸਥਾਨ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਗੁਰਬਾਣੀ ਦਾ ਕੀਰਤਨ ਰਾਗੀ ਸਿੰਘਾਂ ਦੇ ਕੋਲੋਂ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਸਮਾਂ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਆਪਾਂ ਬੜੇ ਪਿਆਰ ਨਾਲ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਸੀਸ ਨਵਾਓ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਸਬਤਮ ਮਹਿਲ ਅਗਮ ਹਰ ਰਾਇਆ, ਧੰਨ ਧੰਨ ਸਤਵੇਂ ਪਾਤਸ਼ਾਹ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਮਹਾਨ ਕਥਾ ਆਪ ਜੀ ਸੰਗਤਾਂ ਹਰ ਰੋਜ਼ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਦੇ ਹੋ। ਸਾਧ ਸੰਗਤ ਜੀ, ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਬਹੁਤੇ ਦਿਆਲੂ ਕਿਰਪਾਲੂ ਸਤਿਗੁਰੂ ਜੀ ਹਨ। ਮਹਾਰਾਜ ਸਤਿਗੁਰੂ ਜੀ ਬੜੇ ਹੀ ਕੋਮਲ ਮਨ ਦੇ ਮਾਲਕ ਹਨ। ਜਿਹੜਾ ਬੰਦਾ ਕੋਮਲ ਮਨ ਦਾ ਮਾਲਕ ਹੋਵੇ ਉਹ ਬੜੀ ਛੇਤੀ ਦਇਆ ਦੇ ਘਰ ਵਿੱਚ ਆ ਜਾਂਦਾ। ਉਹ ਤਰਸ ਬੜੀ ਛੇਤੀ ਕਰਦਾ। ਸਾਧ ਸੰਗਤ ਜੀ, ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਬਹੁਤੇ ਹੀ ਕੋਮਲ ਦਿਲ ਦੇ ਮਾਲਕ ਹਨ। ਰੱਬ ਦੀ ਬੰਦਗੀ, ਕਥਾ ਕਰਨੀ, ਕਥਾ ਸੁਣਨੀ, ਕੀਰਤਨ ਕਰਨਾ, ਕੀਰਤਨ ਸੁਣਨਾ, ਬਾਣੀ ਪੜ੍ਹਨੀ ਪੜ੍ਹਾਉਣੀ, ਇਹ ਸਾਰਾ ਇਸ ਵਾਸਤੇ ਹੀ ਹੈ ਵੀ ਸਾਡੀ ਜਿਹੜੀ ਆਤਮਾ ਹੈ ਦਰਬ ਜਾਵੇ, ਇਹ ਕੋਮਲ ਹੋਵੇ। ਜਿਹਦੀ ਆਤਮਾ ਅਜੇ ਕੋਮਲ ਨਹੀਂ ਹੋਈ, ਦਰਬ ਨਹੀਂ ਹੋਈ, ਉਹ ਰੱਬ ਦੀ ਦਰਗਾਹ ਵਿੱਚ ਨਹੀਂ ਪਹੁੰਚ ਸਕਦਾ। ਗੌੜੀ ਸੁਖਮਨੀ ਮਹੱਲਾ ਪੰਜਵਾਂ ਚ ਮਹਾਰਾਜ ਨੇ ਕਿਰਪਾ ਕੀਤੀ ਹੈ। ਅਨਿਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਗਵੈ। ਮਹਾਰਾਜ ਜੀ ਦਾ ਮਨ ਬਹੁਤਾ ਹੀ ਦਰਵੀਭੂਤ ਹੋ ਜਾਂਦਾ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਚ ਕੀਰਤਪੁਰ ਸਾਹਿਬ ਸੰਗਤਾਂ ਆ ਰਹੀਆਂ ਹਨ। ਗੁਰਦੇਵ ਸਤਿਗੁਰੂ ਜੀ ਨਾਮ ਜਪਣ ਦਾ ਜਿੱਥੇ ਉਪਦੇਸ਼ ਦਿੰਦੇ ਆ, ਉੱਥੇ ਗੁਰਸਿੱਖਾਂ ਨੂੰ ਲੰਗਰ ਲਾਉਣ ਦਾ ਵੀ ਉਪਦੇਸ਼ ਮੇਰੇ ਸਤਿਗੁਰੂ ਜੀ ਦਿੰਦੇ ਹਨ। ਲੰਗਰ ਦਾ ਬੜਾ ਵੱਡਾ ਮਹਾਤਮ ਹੈ। 3.5 ਮਣ ਦੇਹੁਰੀ ਚੱਲੈ ਪਾਣੀ ਅੰਨ। ਸਰੀਰ ਚੱਲਦਾ ਅੰਨ ਪਾਣੀ ਦੇ ਨਾਲ। ਸਾਧ ਸੰਗਤ ਜੀ, ਇਸ ਕਰਕੇ ਮਹਾਰਾਜ ਲੰਗਰ ਦਾ ਵਿਸ਼ੇਸ਼ ਮਹਾਤਮ ਦੱਸਿਆ। ਸੋ ਗੁਰਮੁਖੋ, ਮਹਾਰਾਜ ਦੇ ਕੋਲ ਗੁਰਸਿੱਖ ਆਉਂਦੇ ਆ ਵੱਖ ਵੱਖ ਨਗਰਾਂ ਤੋਂ। ਗੁਰੂ ਸਾਹਿਬ ਉਹਨਾਂ ਨੂੰ ਪੁੱਛਦੇ ਵੀ ਆ, ਹਾਂਜੀ ਦੱਸੋ ਵੀ ਲੰਗਰ ਲਾਉਂਦੇ ਹੋ? ਲੰਗਰ ਗੁਰ ਨਿਮਿਤ ਹੀ ਕਰੀਐ। ਜਿਹੜਾ ਲੰਗਰ ਲਾਉਣਾ ਹੈ ਨਾ,
ਲੰਗਰ ਲਾਉਣ ਪਿੱਛੇ ਵੀ ਅਭਿਰਾਏ ਹੁੰਦਾ, ਇੱਕ ਅਭਿਪਰਾਏ ਹੁੰਦਾ। ਭਾਵ ਪਿੱਛੇ ਦੀ ਭਾਵਨਾ ਕੀ ਹੈ? ਹੁਣ ਕਈ ਲੰਗਰ ਲਾਉਂਦੇ ਆ, ਕੋਈ ਸਰੀਰ ਚੜ੍ਹਾਈ ਕਰ ਜੇ, ਉਹਦੇ ਭਲੇ ਵਾਸਤੇ ਅੰਤਮ ਅਰਦਾਸ ਤੇ ਲੰਗਰ ਲਾਇਆ ਜਾਂਦਾ। ਕਈ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ 'ਚ ਲੰਗਰ ਲਾ ਦਿੰਦੇ ਆ। ਲੰਗਰ ਤਾਂ ਲਾਇਆ, ਪਰ ਮਨਸ਼ਾ ਹੋਰ ਹੈ। ਮਹਾਰਾਜ ਕਹਿੰਦੇ ਗੁਰਸਿੱਖੋ ਤੁਸੀਂ ਰੋਜ਼ ਲੰਗਰ ਛਕਾਇਆ ਕਰੋ, ਪਰ ਲੰਗਰ ਗੁਰ ਨਿਮਿਤ ਹੀ ਕਰੀਏ। ਗੁਰੂ ਨਿਮਿਤ ਲਾਉਣਾ ਹੈ। ਆਪਾਂ ਵੇਖੋ ਕਹਿੰਦੇ ਤੇ ਇਹੋ ਹੀ ਆ ਨਾ, ਗੁਰੂ ਕਾ ਲੰਗਰ। ਤੇ ਜਿਹੜਾ ਸਿੱਖ ਗੁਰੂ ਕਾ ਲੰਗਰ ਲਾ ਰਿਹਾ, ਉਹਦੇ ਮਨ ਵਿੱਚ ਹੋਵੇ ਵੀ ਇਹ ਸਤਿਗੁਰੂ ਸਾਹਿਬ ਦਾ ਲੰਗਰ ਹੈ ਤੇ ਮੈਂ ਤੇ ਬਸ ਸੇਵਾ ਹੀ ਕਰ ਰਿਹਾ। ਇਹ ਭਾਵ ਰੱਖਣਾ। ਹੁਣ ਮਹਾਰਾਜ ਦੀ ਸ਼ਤਾਬਦੀ ਲੰਘੀ ਹੈ, ਬੜੇ ਗੁਰਸਿੱਖਾਂ ਨੇ ਰਸਤੇ ਵਿੱਚ ਲੰਗਰ ਲਾਏ ਆ। ਉਹ ਗੁਰੂ ਕਾ ਲੰਗਰ ਹੈ ਸਾਧ ਸੰਗਤ। ਸੋ ਮਹਾਰਾਜ ਗਰੀਬ ਨਵਾਜ ਇਹ ਉਪਦੇਸ਼ ਦਿੰਦੇ ਆ ਆਪਣੇ ਗੁਰਸਿੱਖਾਂ ਨੂੰ ਨਾਮ ਜਪਣ ਦਾ, ਵੱਧ ਤੋਂ ਵੱਧ ਬਾਣੀ ਪੜ੍ਹਨ ਦਾ ਉਪਦੇਸ਼ ਸਤਿਗੁਰੂ ਜੀ ਦਿੰਦੇ ਆ। ਕਿਉਂ? ਬਾਣੀ ਜਿਹੜੀ ਹੈ ਉਹ ਗੁਰਮੁਖੋ ਸਾਡੇ ਅੰਦਰ ਨੂੰ ਧੋਂਦੀ ਹੈ। ਬਾਣੀ ਪੜ੍ਹਿਆ ਅਵਿਦਿਆ ਦੂਰ ਹੁੰਦੀ ਹੈ, ਵਿਦਿਆ ਦਾ ਪ੍ਰਕਾਸ਼ ਹੁੰਦਾ, ਭਾਵ ਗਿਆਨ ਆਉਂਦਾ। ਸੋ ਮਹਾਰਾਜ ਗਰੀਬ ਨਵਾਜ ਕਹਿੰਦੇ ਬਾਣੀ ਮੁਕਤੀ ਵੀ ਦਿੰਦੀ ਹੈ। ਗੁਰਮੁਖੋ ਪੁਰਾਣੇ ਗੁਰਸਿੱਖ ਜਿਹੜੇ ਸਨ ਉਹ ਬੜਾ ਬਾਣੀ ਦਾ ਅਭਿਆਸ ਕਰਦੇ। ਹੁਣ ਅਧੋਗਤੀ ਦਾ ਕਾਰਨ ਹੈ, ਜਿੰਨੇ ਰੌਲੇ ਹੁਣ ਪੈਂਦੇ ਆ, ਪਹਿਲਾਂ ਇੰਨੇ ਰੌਲੇ ਨਹੀਂ ਸੀ ਹੁੰਦੇ। ਅਧੋਗਤੀ ਦਾ ਕਾਰਨ ਹੀ ਇਹ ਹੈ ਕਿਉਂਕਿ ਅਸੀਂ ਬਾਣੀ ਦਾ ਅਭਿਆਸ ਘੱਟ ਕਰ ਦਿੱਤਾ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਘਰ ਦੀ ਹਾਜ਼ਰੀ ਭਰ ਰਹੇ ਹਾਂ, ਕਿਰਪਾ ਕਰੋ ਸਾਡੇ ਕੋਲ ਨਿਤਨੇਮ ਕਰਵਾਇਆ ਕਰੋ, ਸਾਡੇ ਕੋਲ ਵੱਧ ਗੁਰਬਾਣੀ ਦਾ ਜਾਪ ਕਰਵਾਇਆ ਕਰੋ। ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੇ ਮੰਗਤੇ ਬਣ ਕੇ ਬੈਠੇ ਆ। ਇਹ ਗੁਰੂ ਸਾਹਿਬ ਨੇ ਕਿਰਪਾ ਕਰਨੀ, ਅਰਦਾਸ ਕਰਿਆ ਕਰੋ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਹੇ ਗਰੀਬ ਨਵਾਜ ਕਿਰਪਾ ਕਰੋ, ਵੱਧ ਤੋਂ ਵੱਧ ਬਾਣੀ ਪੜ੍ਹਾਇਆ ਕਰੋ ਸਾਡੇ ਤੋਂ। ਕਿਉਂਕਿ ਜਦੋਂ ਕੋਈ ਗੁਰਸਿੱਖ ਬਾਣੀ ਪੜ੍ਹੇ ਨਾ, ਵੱਧ ਨਿਤਨੇਮ ਤੋਂ ਵੱਧ ਬਾਣੀ ਪੜ੍ਹੇ, ਇਹ ਇੱਕ ਵੱਖਰਾ ਹੀ ਸਰੂਰ ਹੈ ਸਾਧ ਸੰਗਤ ਜੀ। ਵੱਧ ਬਾਣੀ ਪੜ੍ਹਨ ਦਾ ਬੜਾ ਵੱਖਰਾ ਸਰੂਰ ਹੈ, ਔਰ ਵੱਖਰਾ ਹੀ ਇੱਕ ਆਨੰਦ ਹੈ। ਫਿਰ ਬੰਦਾ ਉਸ ਆਨੰਦ ਦੇ ਵਿੱਚ ਮਗਨ ਹੀ ਰਹਿੰਦਾ ਸਾਧ ਸੰਗਤ ਜੀ। ਨੇਮ ਰੱਖ ਲਓ, ਮੈਂ 10 ਪਾਠ ਵੱਧ ਕਰਨੇ ਆ ਜਪਜੀ ਸਾਹਿਬ ਦੇ, ਮੈਂ 5 ਪਾਠ ਚੌਪਈ ਸਾਹਿਬ ਦੇ ਕਰਨੇ ਆ, ਮੈਂ 2 ਪਾਠ ਸੁਖਮਨੀ ਸਾਹਿਬ ਦੇ ਕਰਨੇ ਆ। ਨੇਮ ਰੱਖ ਕੇ ਵੇਖ ਕੇ ਕਰਕੇ ਵੇਖੋ, ਤੁਸੀਂ ਇੱਕ ਵੱਖਰੀ ਦੁਨੀਆ 'ਚ ਪਹੁੰਚ ਜਾਓਗੇ। ਇਹ ਮਹਾਰਾਜ ਉਪਦੇਸ਼ ਦਿੰਦੇ ਆ। ਤੁਸੀਂ ਕਹੋਗੇ ਵੀ ਇਸੇ ਦੁਨੀਆ 'ਚ ਹੀ ਰਹਿਣਾ, ਅਸੀਂ ਕਿਹੜੀ ਵੱਖਰੀ ਦੁਨੀਆ 'ਚ ਤੁਰੇ ਫਿਰਨਾ। ਮਤਲਬ ਮਨ ਦੀ ਦਸ਼ਾ ਜਿਹੜੀ ਆ ਉਹ ਵੱਖਰੀ ਰਹੇਗੀ। ਮਨ ਗੁਰੂ ਜੀ ਨਾਲ ਜੁੜਿਆ ਰਹੇਗਾ, ਮਨ ਸਕੂਨ ਵਿੱਚ ਰਹੇਗਾ, ਮਨ ਆਨੰਦ ਵਿੱਚ ਰਹੇਗਾ। ਸੋ ਹੁਣ ਆਪਾਂ ਅੱਗੋਂ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰੀਏ। ਜਿੰਨੀਆਂ ਸੰਗਤਾਂ ਮਾਈਆਂ ਭਾਈ ਸਾਰੇ ਮਗਰ ਬੈਠੇ ਹੋ, ਪਿੱਛੋਂ ਉੱਠ ਖਲੋਵੋ, ਉੱਠ ਕੇ ਅੱਗੇ ਆ ਕੇ ਬੈਠੋ। ਸਿੰਘਾਂ ਨੂੰ ਵੀ ਬੇਨਤੀ ਹੈ, ਬੀਬੀਆਂ ਨੂੰ ਵੀ ਬੇਨਤੀ ਹੈ, ਚਾਦਰਾਂ ਵਿਛੀਆਂ ਨੇ ਤੁਹਾਡੇ ਵਾਸਤੇ ਵਿਛੀਆਂ ਨੇ। ਉੱਠੋ, ਥੋੜਾ ਯਤਨ ਕਰੋ, ਹਿੰਮਤ ਕਰਿਆ ਕਰੋ, ਉੱਠ ਕੇ ਅੱਗੇ ਆ ਕੇ ਬੈਠੋ। ਮਹਾਰਾਜ ਦੇ ਚਰਨਾਂ 'ਚ ਬਹਿ ਕੇ ਮਹਾਰਾਜ ਦੀ ਕਥਾ ਸੁਣਿਆ ਕਰੋ। ਆਓ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਸਤਿਗੁਰ ਹਰਿ ਰਾਏ ਜੀ
ਭਗਤ ਮੁਕਤ ਦੇ ਦਾਨ। ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ। ਮਹਾਰਾਜ ਜੀ ਬੜੇ ਦਿਆਲੂ ਹਨ, ਬੜੇ ਕਿਰਪਾਲੂ ਹਨ। ਆਈਆਂ ਸੰਗਤਾਂ ਨੂੰ ਮਹਾਰਾਜ ਭਗਤੀ ਦਾ ਵੀ ਗਿਆਨ ਦਿੰਦੇ ਆ ਤੇ ਮਹਾਰਾਜ ਮੁਕਤੀ ਦਾ ਵੀ ਦਾਨ ਦਿੰਦੇ ਆ। ਇੱਥੇ ਤੇ ਬੰਦਾ ਆਪ ਨਹੀਂ ਮੁਕਤ ਹੁੰਦਾ, ਕਿਸੇ ਨੂੰ ਕੀ ਕਰੇਗਾ। ਮਹਾਰਾਜ ਗਰੀਬ ਨਵਾਜ ਭਗਤੀ ਦੀ ਦਾਤ ਵੀ ਦਿੰਦੇ ਆ ਤੇ ਸੱਚੇ ਪਾਤਸ਼ਾਹ ਮੁਕਤੀ ਦੀ ਦਾਤ ਵੀ ਬਖਸ਼ਿਸ਼ ਕਰਦੇ ਹਨ। ਨਿਤ ਅਨੇਕ ਹੀ ਹੋਤ ਹੈ ਸਿੱਖ ਸਹਿਤ ਕਲਿਆਣ। ਰੋਜ਼ ਬਿਨ ਨਾਗਾ ਅਨੇਕਾਂ ਹੀ ਆਉਂਦੇ ਨੇ ਗੁਰਮੁਖੋਂ, ਅਨੇਕਾਂ ਹੀ, ਗਿਣਤੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਕਲਿਆਣ ਕਰਦੇ ਆ। ਕਲਿਆਣ ਪਤਾ ਕਿਹਨੂੰ ਕਹਿੰਦੇ ਆ? ਕਲਿਆਣ ਕਹਿੰਦੇ ਜੀਂਦਿਆਂ ਜੀ ਭਲਾ ਤੇ ਮਰਨ ਤੋਂ ਬਾਅਦ ਵੀ ਭਲਾ। ਗਰੀਬ ਨਵਾਜ ਸਤਿਗੁਰੂ ਜੀ ਕਲਿਆਣ ਬਖਸ਼ਿਸ਼ ਕਰਦੇ ਹਨ। ਚਾਉ ਪਈ ਦੇਸ਼ ਵਿਦੇਸ਼ਨ ਬ੍ਰਿੰਦ ਅਕੋਰ। ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਕੇ ਪਿਆਰੇ ਆਉਂਦੇ ਆ ਔਰ ਭੇਟਾਵਾਂ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਹਨ। ਅਰਪਤ ਕਹਿ ਬਿਨਤੀ ਕਰ ਜੋਰ। ਨਾਲੇ ਭੇਟਾਵਾਂ ਸਤਿਗੁਰਾਂ ਨੂੰ ਭੇਟ ਕਰਦੇ, ਹੱਥ ਜੋੜਦੇ ਤੇ ਬੇਨਤੀਆਂ ਕਰਦੇ ਆ ਬੜੀ ਨਿਮਰਤਾ ਦੇ ਨਾਲ। ਹਾਂਜੀ। ਸ਼੍ਰੀ ਸਤਿਗੁਰ ਜੀ ਕਾਰਜ ਮੋਹ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਅੰਤਰਜਾਮੀ ਸਤਿਗੁਰੂ ਜੀ, ਮੇਰਾ ਜਿਹੜਾ ਅੜਿਆ ਹੋਇਆ ਕੰਮ ਸੀ ਸਿੱਧ ਭਇਓ ਹਤ ਬਿਗਨ ਸੰਦੋ। ਮੈਂ ਆਪ ਜੀ ਦੇ ਨਾਮ ਦੀ ਸੁਖ ਸੁਖੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਮਹਾਰਾਜ ਤੁਹਾਡੀ ਕਿਰਪਾ ਨਾਲ ਮੇਰਾ ਅੜਿਆ ਹੋਇਆ ਕੰਮ ਰਾਜੀ ਹੋ ਗਿਆ। ਕੋਈ ਕਿਤੇ ਵੀ ਬਹਿ ਕੇ ਅਰਦਾਸ ਕਰੇ ਉਹਨਾਂ ਦੇ ਅੜੇ ਕੰਮ ਰਾਸ ਹੋ ਜਾਂਦੇ ਨੇ। ਮਹਾਰਾਜ ਮੇਰੇ ਅੜੇ ਹੋਏ ਕੰਮ ਜਿਹੜੇ ਆ ਉਹ ਰਾਸ ਹੋ ਗਏ ਤੁਹਾਡੀ ਕਿਰਪਾ ਨਾਲ। ਰਾਵਰ ਕੀ ਕਰੁਣਾ ਬਲ ਪਾਏ। ਗਰੀਬ ਨਵਾਜ ਇਹ ਸਭ ਕੁਝ ਤੁਹਾਡੀ ਕਿਰਪਾ ਦੇ ਬਲ ਨਾਲ ਹੀ ਹੈ, ਆਪ ਜੀ ਦੀ ਬਖਸ਼ਿਸ਼ ਨਾਲ ਹੀ ਹੈ। ਤਤ ਛਿਨ ਹੋਏ ਮੋਹਿ ਸਹਾਏ। ਮਹਾਰਾਜ ਆਪ ਨੇ ਬੜੀ ਕਿਰਪਾ ਕੀਤੀ। ਮਹਾਰਾਜ ਤਤ ਛਿਨ ਹੀ ਮੇਰੀ ਮਦਦ ਕਰ ਦਿੱਤੀ। ਵੇਖੋ ਬੜੀ ਬੜੀ ਦੂਰੋਂ ਆ ਰਹੇ ਆ, ਅਰਦਾਸਾਂ ਕੀਤੀਆਂ ਨੇ, ਉਹਨਾਂ ਦੀਆਂ ਸੁਣੀਆਂ ਨੇ। ਹੁਣ ਵੀ ਕੋਈ ਉਜੈਨ ਬਹਿ ਕੇ ਅਰਦਾਸ ਕਰੇ, ਕੋਈ ਗੁਜਰਾਤ ਬਹਿ ਕੇ ਅਰਦਾਸ ਕਰੇ, ਕੋਈ ਆਗਰੇ ਬਹਿ ਕੇ ਕਰੇ, ਕੋਈ ਕੈਨੇਡਾ ਬਹਿ ਕੇ ਕਰੇ, ਮਹਾਰਾਜ ਤਾਂ ਸਾਰਿਆਂ ਦੀ ਅਰਦਾਸ ਪੂਰੀ ਕਰਦੇ ਆ ਨਾ। ਕਿਉਂਕਿ ਮਹਾਰਾਜ ਓਮਨੀ ਪ੍ਰੈਜ਼ੈਂਟ ਨੇ, ਸਰਬ ਵਿਆਪੀ ਨੇ, ਹਰ ਥਾਂ ਤੇ ਨੇ। ਹਾਂਜੀ। ਕੋਇਕ ਕਹਿਤ ਪੁੱਤਰ ਮੁਝ ਦੀਨਸ। ਹਾਂ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਮੇਰੇ ਕਾਰਜ ਰਾਸ ਹੋਏ ਆ। ਕੋਈ ਕਹਿੰਦਾ ਮਹਾਰਾਜ ਮੈਂ ਭਚੰਗੀ ਦੀ ਪੁੱਤ ਦੀ ਅਰਦਾਸ ਕੀਤੀ ਸੀ, ਮਹਾਰਾਜ ਤੁਹਾਂ ਮੇਰੀ ਅਰਦਾਸ ਸੁਣੀ ਹੈ, ਮੇਰੇ ਘਰ ਪੁੱਤਰ ਦਾ ਜਨਮ ਹੋਇਆ ਮਹਾਰਾਜ। ਹਾਂਜੀ। ਪ੍ਰਥਮ ਅਕੋਰ ਇਹੀ ਕਹਿ ਲੀਨਸ। ਮਹਾਰਾਜ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ, ਮਹਾਰਾਜ ਮੇਰੇ ਘਰ ਆ ਕਾਰਜ ਹੋਵੇ ਰਾਸ, ਮੈਂ ਆ ਵਸਤੂ ਭੇਟਾ ਕਰਾਂਗਾ। ਲਓ ਮਹਾਰਾਜ ਵਸਤੂ ਹਾਜ਼ਰ ਹੈ। ਹਾਂਜੀ। ਕੋ ਭਾਖਤ ਮਮਦਾਰਿਦ ਖੋਵਾ। ਹਾਂ ਕਈ ਤੇ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਮੇਰੀ ਗਰੀਬੀ ਦੂਰ ਹੋ ਗਈ ਹੈ। ਆਪਾਂ ਆਪਣੇ ਵੱਲ ਹੀ ਵੇਖ ਲਈਏ, ਅੱਜ ਤੋਂ 10 ਸਾਲ ਪਹਿਲਾਂ ਦੇ ਹਾਲਾਤ, ਹੁਣ ਦੇ ਹਾਲਾਤ, ਤੇ ਉਹ ਹਾਲਾਤ ਵੇਖ ਕੇ ਫਿਰ ਮਹਾਰਾਜ ਦਾ ਸ਼ੁਕਰ ਹੀ ਕਰੀਦਾ। ਸੱਚੇ ਪਾਤਸ਼ਾਹ ਤੁਹਾਡੀ ਮਿਹਰ ਹੀ ਹੈ ਸਾਰੀ। ਮਹਾਰਾਜ ਸਤਵੇਂ ਪਾਤਸ਼ਾਹ ਨੂੰ ਗੁਰੂ ਕੇ ਸਿੱਖ ਕਹਿ ਰਹੇ, ਮਹਾਰਾਜ ਤੁਸੀਂ ਤਾਂ ਸਾਡੀ ਗਰੀਬੀ ਦੂਰ ਕਰ ਦਿੱਤੀ। ਸੱਚੇ ਪਾਤਸ਼ਾਹ ਤੁਹਾਡੀ ਮਿਹਰ ਨਾਲ ਗਰੀਬੀ ਦੂਰ ਹੋ ਗਈ ਹੈ, ਕੰਗਾਲੀ ਦੂਰ ਹੋ ਗਈ ਹੈ। ਇਹ ਦਸਵੰਦ ਆਪ ਕੋ ਹੋਵਾ। ਹੁਣ ਮਹਾਰਾਜ ਇਹ ਦਸਵੰਦ ਹੈ ਆਪ ਜੀ ਦਾ, ਦਸਵੰਦ ਦੇਣਾ ਚਾਹੀਦਾ ਗੁਰੂ ਕੇ ਸਿੱਖੋ। ਜਿਹੜਾ ਦਸਵੰਦ ਨਹੀਂ ਦਿੰਦਾ ਉਹ ਗੁਰੂ ਦਾ ਚੋਰ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹ ਦਸਵੰਦ ਹੈ, ਆਪ ਜੀ ਦਾ ਦਸਵੰਦ ਹੈ। ਫਿਰ ਬੇਨਤੀ 'ਚ ਦਸਵੰਦ ਦੇਣਾ ਚਾਹੀਦਾ। ਜੇ ਕੋਈ ਆਪਣੀ ਕਿਰਤ ਕਮਾਈ 'ਚੋਂ ਦਸਵੰਦ ਨਹੀਂ ਦਿੰਦਾ ਉਹ ਗੁਰੂ ਘਰ ਦਾ ਚੋਰ ਹੀ ਮੰਨਿਆ ਜਾਂਦਾ ਹੈ। ਕਿਉਂਕਿ ਗੁਰੂ ਦੀ ਮਾਇਆ ਹੈ ਨਾ, ਜਿਹੜੀ ਸਾਡੀ ਕਮਾਈ ਦਾ 10ਵਾਂ ਹਿੱਸਾ ਨਾ, ਉਹ ਸਾਡੀ ਮਾਇਆ ਨਹੀਂ ਹੈਗੀ, ਉਹ ਮਾਇਆ ਸਤਿਗੁਰੂ ਜੀ ਦੀ ਹੈ। ਤੇ ਜੇ ਆਪਾਂ ਉਸ ਮਾਇਆ ਤੇ ਆਪਣਾ ਹੀ ਕਬਜ਼ਾ ਰੱਖੀਏ ਤੇ ਆਪ ਹੀ ਛਕ ਛਕਾ ਲਈਏ,
ਫਿਰ ਸਮਝੋ ਗੁਰੂ ਦੇ ਪੈਸੇ ਚੋਰੀ ਕੀਤੇ ਆ ਅਸੀਂ। ਤੇ ਵੇਖ ਲਓ, ਆਮ ਬੰਦੇ ਦੀ ਚੋਰੀ ਕਰੀਏ ਬਖਸ਼ਿਆ ਨਹੀਂ ਜਾਂਦਾ, ਤੇ ਜੇ ਕੋਈ ਗੁਰੂ ਦੀ ਚੋਰੀ ਕਰ ਲੇ ਤਾਂ ਫਿਰ ਕੀ ਬਣੇਗਾ। ਇਸ ਕਰਕੇ ਗੁਰਮੁਖੋ, ਦਸਵੰਧ ਗੁਰੂ ਕਾ ਹਾਜ਼ਰ ਕਰਨਾ ਇਹ ਸੁਨਹਿਰੀ ਨਿਯਮ ਹੈ। ਮਹਾਰਾਜ ਦੇ 52 ਬਚਨ ਨੇ, 52 ਬਚਨਾਂ ਵਿੱਚੋਂ ਇੱਕ ਬਚਨ ਹੈ ਦਸਵੰਧ ਕੱਢਣਾ। ਦਾਸ ਨੇ ਐਸੇ ਐਸੇ ਗੁਰਸਿੱਖਾਂ ਦੇ ਵੀ ਦਰਸ਼ਨ ਕੀਤੇ ਹੈ ਜਿਹੜੇ ਆਪਣੀ ਕਿਰਤ ਕਮਾਈ ਚੋਂ ਲਿਖ ਕੇ ਦਸਵੰਧ ਕੱਢਦੇ, ਹਿਸਾਬ ਕਰਦੇ। ਖੇਤੀਬਾੜੀ ਹੁੰਦੀ, ਹਿਸਾਬ ਕਿਤਾਬ ਕਰਦੇ, ਜਦੋਂ ਸਾਰੇ ਦਾਣਿਆਂ ਦਾ ਤੋਲ ਮੋਲ ਕੇ ਲਿਖਤੀ ਵੀ ਇੰਨੇ ਦਾਣੇ ਹੋਏ ਆ, ਇੰਨੇ ਦਾਣੇ ਗੁਰੂ ਦਾ ਦਸਵੰਧ। ਮੰਡਿਆਲੇ ਪਿੰਡ ਵਿੱਚ ਗੁਰਮੁਖ ਪਿਆਰੇ ਰਹਿੰਦੇ ਆ, ਭਾਈ ਗੁਰਨਾਮ ਸਿੰਘ ਜੀ। ਉਹਨਾਂ ਮੈਨੂੰ ਆਪਣੇ ਪਿਤਾ ਜੀ ਦਾ ਬਚਨ ਸੁਣਾਇਆ। ਕਹਿੰਦੇ ਸਾਡੇ ਪਿਤਾ ਜੀ ਬੜੇ ਗੁਰਮੁਖ, ਖੁੱਲੀ ਜ਼ਮੀਨ ਸੀ ਕਹਿੰਦੇ ਸਾਡੀ, ਤੇ ਦਾਣੇ ਬੜੇ ਹੋਣੇ। ਤੇ ਉਹ ਦਾਣੇ ਜਿਹੜੇ ਗੁਰੂ ਕੇ ਸੀ ਨਾ ਦਸਵੰਧ, ਪੂਰਾ ਲਿਖਤੀ ਕੰਮ ਕਰਨਾ, ਲਿਖਤੀ ਵੀ ਇੰਨੀ ਮਾਇਆ ਆਈ ਹੈ, ਇੰਨੀ ਗੁਰੂ ਦੇ ਨਿਮਿਤ ਹੈ। ਦਸਵੰਧ ਪੂਰਾ ਇਮਾਨਦਾਰੀ ਨਾਲ। ਉਹ ਇੱਕ ਪਾਸੇ ਇੱਕ ਕੋਠੜੀ 'ਚ ਰੱਖਣਾ ਦਸਵੰਧ, ਦਸਵੰਧ ਨਾਲ ਹੀ ਕੋਠੜੀ ਭਰਦੀ ਸੀ। ਕਹਿੰਦੇ ਉਹਦਾ ਨਾਮ ਰੱਖਿਆ ਸੀ ਗੁਰੂ ਨਾਨਕ ਭੰਡਾਰ। ਪਿੰਡ ਵਿੱਚ ਹੋਕਾ ਦੇ ਦੇਣਾ ਜਦੋਂ ਦਾਣੇ ਨਿਕਲਣੇ ਨਾ, ਵੀ ਜਿਹਨੂੰ ਦਾਣਿਆਂ ਦੀ ਲੋੜ ਹੈ ਆ ਕੇ ਲੈ ਜਾਓ। ਤੇ ਗੁਰੂ ਨਾਨਕ ਭੰਡਾਰ ਵਿੱਚੋਂ ਉਹ ਦਾਣੇ ਵੰਡਣੇ, ਤੇ ਜਿੰਨੇ ਦਾਣੇ ਜਿੰਨੇ ਲੈ ਕੇ ਜਾਣੇ ਉਹਨੂੰ ਕਹਿਣਾ ਤੂੰ ਇਹਦੇ ਵਿੱਚੋਂ ਵੀ ਦਸਵੰਧ ਕੱਢ ਕੇ ਗੁਰਦੁਆਰੇ ਦੇ ਕੇ ਆਉਣਾ। ਇੱਕ ਗੱਲ ਪੱਕੀ ਚੇਤੇ ਰੱਖਿਓ, ਜਿਹੜਾ ਗੁਰਸਿੱਖ ਦਸਵੰਧ ਕੱਢਦਾ ਹੈ ਨਾ, ਉਹਦੀ ਜੇਬ ਕਦੀ ਨਹੀਂ ਖਾਲੀ ਰਹਿ ਸਕਦੀ, ਕਦੀ ਨਹੀਂ ਖਾਲੀ ਰਹਿ ਸਕਦੀ। ਜਿਹਨੇ ਦਸਵੰਧ ਕੱਢਣਾ, ਨਿਯਮ ਨਾਲ ਕੱਢਣਾ, ਉਹਦੀ ਜੇਬ ਕਦੀ ਖਾਲੀ ਨਹੀਂ ਰਹੇਗੀ। ਤੇ ਜਿਹੜਾ ਗੁਰੂ ਦੀ ਮਾਇਆ ਹੀ ਛੱਕ ਜਾਵੇ ਤੇ ਫਿਰ ਉੱਥੇ ਤੇ ਕੰਗਾਲੀ ਆਉਂਦੀ ਹੈ। ਮਹਾਰਾਜ ਸਤਵੇਂ ਪਾਤਸ਼ਾਹ ਕੋ ਗੁਰਸਿੱਖ ਆਏ, ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਸਾਨੂੰ ਮਹਾਰਾਜ ਅਮੀਰ ਬਣਾਤਾ, ਦਸਵੰਧ ਆਪ ਜੀ ਦਾ ਮਹਾਰਾਜ। ਹਾਂਜੀ। ਕੀਚਤ ਕਹਿਤ ਪੁਰਹੁ ਮਮ ਆਸ। ਕਈ ਆ ਕੇ ਫਿਰ ਅਰਦਾਸ ਵੀ ਕਰਦੇ, ਮਹਾਰਾਜ ਸਾਡਾ ਫਲਾਣਾ ਕਾਰਜ ਹੈ, ਸੱਚੇ ਪਾਤਸ਼ਾਹ ਸਾਡਾ ਕਾਰਜ ਪੂਰਾ ਕਰ ਦਿਓ, ਮਹਾਰਾਜ ਸਾਡੀ ਅਰਦਾਸ ਪੂਰੀ ਕਰ ਦਿਓ। ਜਾਂ ਤੇ ਮੈਂ ਆਨਿਓ ਧਨ ਪਾਸ। ਤੇ ਇਸ ਕਰਕੇ ਮਹਾਰਾਜ ਮੈਂ ਪਹਿਲਾਂ ਹੀ ਮਾਇਆ ਲੈ ਆਂਦੀ ਹੈ, ਕਿਰਪਾ ਕਰੋ ਤੇ ਮਹਾਰਾਜ ਮੇਰੀ ਅਰਦਾਸ ਪੂਰੀ ਕਰੋ। ਇਤਿਆਦਕ ਕਹਿ ਬਿਨੈ ਹਜ਼ਾਰਨ। ਇਸ ਤਰ੍ਹਾਂ ਹਜ਼ਾਰਾਂ ਗੁਰੂ ਕੇ ਸਿੱਖ ਸ੍ਰੀ ਕੀਰਤਪੁਰ ਸਾਹਿਬ ਵਿੱਚ ਆਉਂਦੇ ਹਨ। ਆਨ ਚੜਾਵਤ ਹੈ ਉਪਹਾਰਨ। ਆ ਕੇ ਮਹਾਰਾਜ ਨੂੰ ਪਿਟਾਵਾਂ ਦਿੰਦੇ ਆ। ਹਾਂਜੀ। ਘਟ ਘਟ ਕੀ ਲਖ ਅੰਤਰ ਜਾਮੀ। ਹੁਣ ਆਉਂਦੇ ਤੇ ਹਜ਼ਾਰਾਂ ਹੀ ਨੇ, ਤੇ ਗੁਰੂ ਹਰਿ ਰਾਏ ਸਾਹਿਬ ਜੀ ਬਿਨ ਬੋਲਿਆ ਸਭ ਕੁਝ ਜਾਣਦਾ। ਮਹਾਰਾਜ ਕੱਲੇ ਕੱਲੇ ਦੀ ਅਰਦਾਸ ਉਹਦੇ ਅੰਦਰ ਦੀ ਗੱਲ ਜਾਣਦੇ ਹਨ। ਪੁਰੇ ਕਾਮਨਾ ਸਿੱਖਨ ਸੁਆਮੀ। ਮਹਾਰਾਜ ਕਿਸੇ ਨੂੰ ਬੋਲਣ ਦਾ ਮੌਕਾ ਮਿਲਦਾ ਨਹੀਂ ਮਿਲਦਾ, ਪਰ ਮੇਰੇ ਸਤਿਗੁਰੂ ਜੀ ਸਾਰਿਆਂ ਦੀ ਕਾਮਨਾ ਪੂਰੀ ਕਰ ਦਿੰਦੇ ਆ, ਸਾਰਿਆਂ ਉੱਤੇ ਕਿਰਪਾ ਕਰਦੇ ਹਨ। ਕੀਤਕ ਨਰ ਪਰ ਲੋਕ ਸਧਾਰਨ। ਕਈ ਗੁਰੂ ਕੇ ਸਿੱਖ ਸਰੀਰ ਛੱਡ ਜਾਂਦੇ ਜਿਹੜੇ, ਇਹ ਤਾਂ ਹੁਕਮੇ ਜੰਮਣ ਹੁਕਮੇ ਮਰਣਾ, ਇਹ ਤਾਂ ਹੁਕਮ ਹੈ। ਕਈ ਜਿਹੜੇ ਪਰਲੋਕ ਸਿਧਾਰ ਜਾਂਦੇ ਹਨ। ਉਪਹਾਰਨ ਅਰ ਪਾਏ ਹਜ਼ਾਰਨ। ਹਾਂ ਗੁਰਮੁਖੋ, ਉਹਨਾਂ ਨਿਮਿਤ ਵੀ ਵਸਤੂਆਂ ਗੁਰੂ ਕੇ ਸਿੱਖ ਮਹਾਰਾਜ ਦੇ ਚਰਨਾਂ 'ਚ ਭੇਟ ਕਰਦੇ। ਹਿਰਦੇ ਸ਼ੁੱਧ ਹਿਤ ਦਰਸ਼ਨ ਦੇਖੈ। ਵਾਹ ਵਾਹ। ਕਈ ਗੁਰੂ ਕੇ ਸਿੱਖ ਇਸ ਕਰਕੇ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਹੈ ਵੀ ਸਾਡਾ ਹਿਰਦਾ ਸ਼ੁੱਧ ਹੋ ਜਾਵੇ, ਸਾਡੀ ਮੈਲ ਲੱਥ ਜਾਵੇ, ਸਾਡਾ ਭਲਾ ਹੋਵੇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ।
ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਸਾਡੇ ਜਨਮਾਂ ਜਨਮਾਂ ਦੀ ਮੈਲ ਲੱਥ ਜਾਵੇ, ਇਸ ਕਰਕੇ ਵੀ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ। ਦੁਖਤ ਵਿਕਾਰਨ ਹਰਹਿ ਅਸ਼ੇਖੈ। ਹਾਂ, ਕਈ ਮਹਾਰਾਜ ਦੇ ਚਰਨਾਂ 'ਚ ਇਸ ਕਰਕੇ ਵੀ ਪ੍ਰੇਮੀ ਆਉਂਦੇ ਆ ਵੀ ਸਾਡੇ ਦੁੱਖ ਦੂਰ ਹੋ ਜਾਣ। ਕਈ ਇਸ ਕਰਕੇ ਆਉਂਦੇ ਆ ਵੀ ਵਿਕਾਰ ਬੜਾ ਤੰਗ ਕਰਦੇ ਆ, ਵਿਕਾਰ ਦੂਰ ਹੋ ਜਾਣ। ਹਾਂਜੀ, ਦੂਰ ਦੇਸ਼ ਤੇ ਇੱਕ ਗਜ ਆਇਵ। ਹਾਂ, ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਦੂਰ ਦੇਸ਼ ਤੋਂ ਸੰਗਤਾਂ ਨੇ ਸਤਵੇਂ ਪਾਤਸ਼ਾਹ ਮਹਾਰਾਜ ਨੂੰ ਬੜਾ ਸੋਹਣਾ ਹਾਥੀ ਭੇਟਾ ਕੀਤਾ। ਕਾਹੂ ਨ੍ਰਿਪ ਨੇ ਭੇਟ ਚੜਾਇਵ। ਹਾਂ, ਕਿਸੇ ਰਾਜੇ ਨੇ ਭੇਟਾ ਕੀਤਾ ਸੀ। ਹੁਣ ਵੀ ਹਰਿਮੰਦਰ ਸਾਹਿਬ ਗੱਡੀਆਂ ਚੜਾ ਕੇ ਜਾਂਦੀਆਂ, ਕੰਪਨੀਆਂ ਵਾਲੇ ਆਉਂਦੇ ਗੱਡੀਆਂ ਚੜਾ ਕੇ ਜਾਂਦੇ ਆ। ਉਦੋਂ ਹਾਥੀ ਗੱਡੀ ਹੁੰਦਾ ਸੀ, ਘੋੜੇ ਗੱਡੀਆਂ ਹੁੰਦੀਆਂ ਸੀ। ਉਹ ਮਹਾਰਾਜ ਸਤਿਗੁਰਾਂ ਵਾਸਤੇ ਬੜਾ ਵਧੀਆ ਹਾਥੀ ਇੱਕ ਰਾਜੇ ਨੇ ਭੇਜਿਆ ਹੈ। ਸੁੰਦਰ ਮਹਾ ਬਿਸਤ ਜਿਸ ਰੰਗ। ਬੜਾ ਹੀ ਸੋਹਣਾ ਉਹ ਹਾਥੀ। ਤੇ ਗੁਰਮੁਖੋ, ਵੱਡੀ ਖਾਸੀਅਤ ਇਹ ਹੈ, ਉਹ ਹਾਥੀ ਚਿੱਟੇ ਰੰਗ ਦਾ ਹੈ। ਚਿੱਟੇ ਰੰਗ ਦਾ ਹਾਥੀ ਸੋਚ ਕੇ ਵੇਖੋ ਕਿੱਡਾ ਫੱਬਦਾ ਹੋਏਗਾ, ਕਿੱਡਾ ਸੋਹਣਾ ਲੱਗਦਾ ਹੋਏਗਾ। ਥਾਈਲੈਂਡ 'ਚ ਇਹੋ ਜਿਹੇ ਹਾਥੀ ਨੇ, ਉਹ ਵੀ ਹੁਣ ਬੜੇ ਦੁਰਲੱਭ ਜਿਹੇ ਹੋ ਗਏ ਆ। ਚਿੱਟਾ ਹਾਥੀ, ਉਹ ਚਿੱਟਾ ਹਾਥੀ, ਚਿੱਟਾ ਰੰਗ ਹੈ ਉਹਦਾ। ਗੁਣ ਸਮੁਦਾਇ ਨ ਸਹਿਤ ਮਤੰਗ। ਫਿਰ ਉਹ ਹਾਥੀ 'ਚ ਗੁਣ ਬੜੇ ਆ। ਹਾਥੀ ਬੜੇ ਗੁਣਵਾਨ ਹੁੰਦੇ ਆ ਕਈ, ਟ੍ਰੇਨਡ ਹਾਥੀ। ਉਸ ਹਾਥੀ ਨੂੰ ਟ੍ਰੇਨਡ ਕੀਤਾ, ਗੁਣ ਸਿਖਾਏ ਸਨ ਰਾਜੇ ਨੇ। ਸਤਿਗੁਰ ਨਿਕਟ ਰਹਿ ਬਲਵੰਤਾ। ਤੇ ਮਹਾਰਾਜ ਦੇ ਚਰਨਾਂ ਵਿੱਚ ਭੇਜਣ ਵਾਸਤੇ ਉਹ ਹਾਥੀ ਨੂੰ ਚੇਚਾ ਟ੍ਰੇਨਡ ਕੀਤਾ ਸੀ। ਬੜੇ ਪਿਆਰ ਨਾਲ ਹਾਥੀ ਨੂੰ ਸਿਖਾ ਕੇ, ਸ਼ਿੰਗਾਰ ਕੇ, ਲੱਦ ਕੇ ਸੋਨੇ ਚਾਂਦੀ ਨਾਲ ਸੋਹਣੇ ਉਹਦੇ ਤੇ ਬਸਤਰ ਪਾ ਕੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ 'ਚ ਕੀਰਤਪੁਰ ਸਾਹਿਬ ਭੇਜਿਆ ਜੀ। ਹਾਂਜੀ, ਤਿਸ ਗਜ ਕੋ ਭਾ ਬਿਦਤ ਬਰਤੰਤਾ। ਤੇ ਉਹ ਹਾਥੀ ਮਸ਼ਹੂਰ ਬੜਾ ਹੋ ਗਿਆ। ਆਖੋ ਸ੍ਰੀ ਵਾਹਿਗੁਰੂ। ਕਿਉਂ? ਦੁਰਲੱਭ ਚੀਜ਼ ਹੈ ਨਾ। ਆਪਣੇ ਭਾਰਤ ਵਿੱਚ ਚਿੱਟਾ ਹਾਥੀ ਨਹੀਂ ਮਿਲਦਾ ਛੇਤੀ ਕਿਤੇ, ਬੜੀ ਦੁਰਲੱਭ ਚੀਜ਼ ਹੈ। ਰਾਜੇ ਮਹਾਰਾਜਿਆਂ ਕੋ ਵੀ ਚਿੱਟਾ ਹਾਥੀ ਨਹੀਂ ਸੀ, ਤੇ ਮਹਾਰਾਜ ਦੇ ਘਰ ਸੀ। ਹਾਥੀ ਮਸ਼ਹੂਰ ਬਹੁਤ ਹੋ ਗਿਆ। ਜਹ ਕੈ ਸੁਨਿਓ ਗੁਨਿਓ ਗੁਨੀਨ ਕੋ। ਹਾਂ, ਜਿੱਥੇ ਕਿੱਥੇ ਗੁਣੀ ਪੁਰਸ਼ਾਂ ਨੂੰ ਪਤਾ ਲੱਗਾ, ਸ਼ੌਕੀਨ ਬੰਦਿਆਂ ਨੂੰ ਪਤਾ ਲੱਗਾ ਵੀ ਮਹਾਰਾਜ ਸਤਵੇਂ ਪਾਤਸ਼ਾਹ ਕੋਲ ਚਿੱਟੇ ਰੰਗ ਦਾ ਹਾਥੀ ਹੈ। ਹਾਂਜੀ, ਕੀਚਤ ਆਵੈ ਪਿਖਨ ਤਿਸੀ ਕੋ। ਵਾਹ ਵਾਹ। ਕਈ ਤੇ ਫਿਰ ਸੁਣ ਕੇ ਵੇਖਣ ਵਾਸਤੇ ਆਉਂਦੇ ਵੀ ਵੇਖੀਏ, ਅਸੀਂ ਤਾਂ ਚਿੱਟਾ ਹਾਥੀ ਕਦੀ ਵੇਖਿਆ ਹੀ ਨਹੀਂ ਹੈ। ਹਾਂਜੀ, ਵਿੱਚ ਕਹਿਲੂਰ ਹੋਤੋ ਵੱਡ ਰਾਜਾ। ਹਾਂ, ਕੀਰਤਪੁਰ ਸਾਹਿਬ ਦੇ ਲਾਗੇ ਰਿਆਸਤ ਹੈ ਕਹਿਲੂਰ ਦੀ। ਆਨੰਦਪੁਰ ਸਾਹਿਬ ਕਹਿਲੂਰੀ ਰਿਆਸਤ ਵਿੱਚ ਆਉਂਦਾ ਸੀ। ਕਹਿਲੂਰ ਦਾ ਰਾਜਾ ਕੀਰਤਪੁਰ ਸਾਹਿਬ ਦੇ ਲਾਗੇ ਰਹਿੰਦਾ ਹੈ। ਰਹਿ ਸੰਗ ਬਹੁ ਸੈਨ ਸਮਾਜਾ। ਹੁਣ ਉਹਦੇ ਕੋਲ ਸੈਨਾ ਆ, ਫੌਜਾਂ ਨੇ। ਹਾਂਜੀ, ਦੁਤੇ ਹੰਡੂਰੀ ਮਿਲਿਓ ਨਰਿੰਦ। ਇੱਕ ਹੋਰ ਪਹਾੜ ਦੀ ਰਿਆਸਤ, ਉਹਨੂੰ ਹੰਡੂਰ ਕਹਿੰਦੇ ਆ। ਦੂਜਾ ਰਾਜਾ ਹੰਡੂਰੀ ਰਾਜਾ। ਕਰਤ ਪਰਸ ਪਰ ਆਨੰਦ ਬਿਲੰਦ। ਇਹਨਾਂ ਦੋਵਾਂ ਦਾ ਪਿਆਰ ਬੜਾ ਸੀ, ਕਹਿਲੂਰੀ ਰਾਜੇ ਦਾ ਤੇ ਹੰਡੂਰੀ ਰਾਜੇ ਦਾ। ਹਾਂਜੀ, ਸ਼੍ਰੀ ਗੁਰ ਬਸੈ ਹਮਾਰੇ ਦੇਸ਼। ਇਹ ਕਹਿੰਦੇ ਵੀ ਮਹਾਰਾਜ ਸਤਵੇਂ ਪਾਤਸ਼ਾਹ ਸਾਡੇ ਇਲਾਕੇ ਵਿੱਚ ਰਹਿੰਦੇ ਆ। ਸਾਡਾ ਇਲਾਕਾ ਹੈ ਸਾਰਾ, ਸਾਡੀਆਂ ਰਿਆਸਤਾਂ ਨੇ। ਹਾਂਜੀ, ਤਿਨ ਕੇ ਨਿਕਟ ਮਤੰਗ ਵਿਸ਼ੇਸ਼। ਤੇ ਸੁਣਿਆ ਵਾ ਇੱਕ ਬਹੁਤ ਵਧੀਆ ਚਿੱਟਾ ਹਾਥੀ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਹੈ। ਹਾਂਜੀ, ਨਹੀਂ ਆਪ ਤੇ ਦੇਵੈ ਕੋ। ਹਾਂਜੀ, ਚੜ ਕੇ ਚਲੋ ਮੰਗ ਲੈ ਸੋ। ਤੇ ਰਾਜਿਆਂ ਦੇ ਮਨ 'ਚ ਈਰਖਾ ਆਈ ਵੀ ਇਹੋ ਜਿਹੀਆਂ ਚੀਜ਼ਾਂ ਤੇ ਸਾਡੇ ਕੋਲ ਹੋਣੀਆਂ ਚਾਹੀਦੀਆਂ। ਆਖੋ ਸ੍ਰੀ ਵਾਹਿਗੁਰੂ। ਵੀ ਇਹੋ ਜਿਹੀਆਂ ਵਸਤੂਆਂ ਤੇ ਸਾਡੇ ਕੋਲ ਹੋਣੀਆਂ ਚਾਹੀਦੀਆਂ ਹੈ।
ਵੀ ਮਹਾਰਾਜ ਨੇ ਆਪ ਤੇ ਦੇਣੀ ਨਹੀਂ, ਚਲੋ ਮਹਾਰਾਜ ਉੱਤੇ ਚੜ੍ਹਾਈ ਕਰੀਏ ਤੇ ਹਾਥੀ ਮੰਗ ਲਈਏ। ਇਹ ਈਰਖਾ ਹੁੰਦੀ ਹੈ ਵੀ ਸਭ ਤੋਂ ਵਧੀਆ ਚੀਜ਼ ਸਾਡੇ ਕੋਈ ਹੋਵੇ, ਦੂਜੇ ਕੋ ਨਾ ਹੋਵੇ। ਹਾਂਜੀ, ਭੇਟ ਹਜ਼ਾਰੋਂ ਨਿਤ ਪ੍ਰਤ ਆਵੈ। ਕਹਿੰਦੇ ਉਹਨਾਂ ਨੂੰ ਤੇ ਹਜ਼ਾਰਾਂ ਭੇਟਾਵਾਂ ਰੋਜ਼ ਹੀ ਆਉਂਦੀਆਂ, ਉਹਨਾਂ ਨੂੰ ਕਿਹੜੀ ਕਿਸੇ ਗੱਲ ਦੀ ਕਮੀ ਹੈ। ਮੇਲਾ ਭਰਿਓ ਰਹੈ ਅਰ ਪਾਵੈ। ਹਾਂ, ਕਹਿੰਦੇ ਉੱਥੇ ਤੇ ਮੇਲੇ ਲੱਗੇ ਹੀ ਰਹਿੰਦੇ ਆ, ਕਦੀ ਕੋਈ ਵਸਤੂ ਕਦੀ ਕੋਈ ਵਸਤੂ ਹਾਜ਼ਰ ਹੁੰਦੀ ਹੈ। ਅਬ ਲਗ ਤਿਨ ਕੇ ਕਛੂ ਨ ਲੀਨੋ। ਹਾਂ, ਕਹਿੰਦੇ ਅਸੀਂ ਤਾਂ ਰਾਜੇ ਆ, ਸਾਡਾ ਤੇ ਅਧਿਕਾਰ ਬਣਦਾ ਮਾਮਲਾ ਲੈਣ ਦਾ, ਤੇ ਆਪਾਂ ਤਾਂ ਲਿਆ ਹੀ ਨਹੀਂ ਅਜੇ ਤੱਕ ਕੁਝ ਮਹਾਰਾਜ ਤੋਂ। ਹਾਂਜੀ, ਹਮਰੇ ਦੇਸ਼ ਬਾਸ ਚਿਰ ਕੀਨੋ। ਉਹ ਸਾਡੇ ਦੇਸ਼ 'ਚ ਰਹਿੰਦੇ ਹੈ, ਸਾਡਾ ਹੱਕ ਬਣਦਾ ਵਸਤੂਆਂ ਲੈਣੀਆਂ। ਮੂਰਖ ਨੇ, ਮਹਾਰਾਜ ਉੱਤੇ ਹੱਕ ਜਮਾਓ ਪਰ ਪਿਆਰ ਦਾ ਜਤਾਓ। ਚੀਜ਼ਾਂ ਲੈਣ ਦਾ ਕਾਹਦਾ ਹੰਕਾਰ ਕਰਨਾ, ਸ਼ਰੀਕਾਚਾਰੀ ਕਰਦੇ ਮਹਾਰਾਜ ਨਾਲ ਇਹ ਰਾਜੇ। ਹਾਂਜੀ, ਇਮ ਮਸਲਤ ਜੁਗ ਰਾਜੇ ਕਰ ਕੈ। ਇਹ ਕਹਿਲੂਰੀ ਰਾਜੇ ਤੇ ਹੰਡੂਰੀ ਰਾਜੇ ਨੇ ਇਉਂ ਸਲਾਹ ਕਰ ਲਈ। ਮੰਦਮਤੀ ਲਾਲਚ ਕੋ ਧਰ ਕੈ। ਹਾਂ, ਭਾਈ ਸੰਤੋਖ ਸਿੰਘ ਕਹਿੰਦੇ ਦੋਵੇਂ ਰਾਜੇ ਮੂਰਖ ਨੇ। ਗੱਜ ਕੇ ਆਖੋ ਵਾਹਿਗੁਰੂ। ਉਹ ਵੇਖੋ ਬਜ਼ੁਰਗਾਂ ਦੀ ਆਵਾਜ਼ ਕੱਲਿਆਂ ਦੀ ਮੇਰੇ ਤੱਕ ਆਉਂਦੀ ਤੇ ਬਾਕੀ ਸੰਗਤ ਕਿਉਂ ਨਹੀਂ ਬੋਲਦੀ ਭਾਈ? ਗੱਜ ਕੇ ਆਖੋ ਵਾਹਿਗੁਰੂ। ਭਾਈ ਸੰਤੋਖ ਸਿੰਘ ਕਹਿੰਦੇ ਵੱਡੇ ਮੂਰਖ ਨੇ ਦੋਵੇਂ। ਹਾਂਜੀ, ਸੈਨ ਸਕੇਲ ਦਿਖਾਵਨ ਕਾਰਨ। ਹਾਂ, ਫਿਰ ਸੋਚਿਆ ਵੀ ਗੁਰੂ ਪੀਰ ਨੇ ਜੰਗ ਨਹੀਂ ਕਰਨੀ ਚਾਹੀਦੀ ਸਾਨੂੰ, ਪਰ ਇੰਜ ਕਰਦੇ ਆ ਵੀ ਆਪਾਂ ਫੌਜਾਂ ਲੈ ਜਾਂਦੇ ਆ, ਡਰਾ ਦਿੰਨੇ ਮਹਾਰਾਜ ਨੂੰ, ਸਾਡਾ ਪ੍ਰਤਾਪ ਵੇਖ ਕੇ ਡਰ ਜਾਣਗੇ। ਇਹ ਨਹੀਂ ਪਤਾ ਵੀ ਗੁਰੂ ਸਾਹਿਬ ਦਾ ਜਿਹੜਾ ਪ੍ਰਤਾਪ ਹੈ ਉਹ ਬਹੁਤ ਵੱਡਾ ਹੈ। ਸਤਿਗੁਰਾਂ ਦੇ ਪ੍ਰਤਾਪ ਨੂੰ ਵੇਖ ਕੇ ਤੇ ਜਮਾਂ ਨੂੰ ਵੀ ਭਾਜੜਾਂ ਪੈ ਜਾਂਦੀਆਂ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਇਹ ਕਹਿੰਦੇ ਵੀ ਪ੍ਰਭਾਵ ਪਾਈਏ ਮਹਾਰਾਜ ਉੱਤੇ ਜਾ ਕੇ। ਲੈ ਕਰ ਚੜੇ ਨਾ ਕੀਨ ਵਿਚਾਰਨ। ਸਾਧ ਸੰਗਤ ਜੀ, ਇਹ ਫਿਰ ਫੌਜਾਂ ਲੈ ਕੇ ਚੜ ਗਏ ਕੀਰਤਪੁਰ ਸਾਹਿਬ ਨੂੰ। ਵਿਚਾਰ ਵੀ ਨਹੀਂ ਕੀਤੀ ਵੀ ਮਹਾਰਾਜ ਉੱਤੇ ਆਪਾਂ ਪ੍ਰਭਾਵ ਪਾਉਣ ਚੱਲੇ, ਗਲਤ ਕੰਮ ਹੈ ਸਾਡਾ। ਹਾਂਜੀ, ਦਰਸ਼ਨ ਕੇ ਮਿਸ ਕਰ ਚੱਲ ਆਏ। ਤੇ ਗੁਰਮੁਖੋ ਬਹਾਨਾ ਕੀ ਬਣਾਇਆ ਵੀ ਦਰਸ਼ਨ ਕਰਨ ਆਏ ਆ। ਬਹਾਨਾ ਦਰਸ਼ਨਾਂ ਦਾ ਤੇ ਪ੍ਰਭਾਵ ਪਾ ਕੇ ਹਾਥੀ ਲੈਣ ਆਏ ਆ। ਆਖੋ ਸ੍ਰੀ ਵਾਹਿਗੁਰੂ। ਫਿਰ ਵੇਖ ਲੋ ਹੌਲੀ ਬੋਲਿਆ, ਆਖੋ ਸ੍ਰੀ। ਬਹਾਨਾ ਦਰਸ਼ਨਾਂ ਦਾ, ਪਿੱਛੇ ਮਕਸਦ ਹੋਰ ਹੈ। ਹਾਂਜੀ, ਕੀਰਤਪੁਰ ਪਹੁੰਚੇ ਹਰ ਖਾਏ। ਚਲਦਿਆਂ ਚਲਦਿਆਂ ਬੜੇ ਖੁਸ਼ ਕੀਰਤਪੁਰ ਸਾਹਿਬ ਦੋਵੇਂ ਰਾਜੇ ਪਹੁੰਚੇ। ਨਿਸਮੈ ਡੇਰਾ ਕਰਿਓ ਸੁਬਾਸੇ। ਰਾਤ ਇੱਕ ਥਾਂ ਉੱਤੇ ਪੜਾ ਕੀਤਾ। ਖਾਨ ਪਾਨ ਗੁਰ ਪਠਿਓ ਸੋ ਪਾਸੇ। ਮਹਾਰਾਜ ਨੂੰ ਪਤਾ ਲੱਗਾ ਵੀ ਰਾਜੇ ਆਏ ਆ, ਸਤਿਗੁਰਾਂ ਨੇ ਲੰਗਰ ਭੇਜਿਆ ਉਹਨਾਂ ਵਾਸਤੇ। ਹਾਂਜੀ, ਉਠੇ ਪ੍ਰਾਤ ਕੋ ਕਰ ਇਸ਼ਨਾਨਾ। ਤੇ ਸਾਧ ਸੰਗਤ ਜੀ ਫਿਰ ਦਿਨੇ ਦੋਵੇਂ ਰਾਜੇ ਉੱਠੇ, ਨਹਾਤੇ ਧੋਤੇ, ਇਸ਼ਨਾਨ ਕੀਤਾ। ਬਸਤਰ ਸ਼ਸਤਰ ਜੁਤ ਹੋਵੇ ਸਾਵਧਾਨਾ। ਪੂਰੀਆਂ ਟੌਰਾਂ ਕੱਢੀਆਂ ਕੇ ਬਸਤਰ ਸ਼ਸਤਰ ਸਜਾਏ, ਸੋਹਣੇ ਕੱਪੜੇ ਪਾਏ, ਕਲਗੀਆਂ ਲਾਈਆਂ, ਸ਼ਸਤਰ ਲਾਏ, ਸਾਵਧਾਨ ਹੋ ਗਏ। ਦਰਸ਼ਨ ਹਿਤ ਸ਼੍ਰੀ ਗੁਰ ਢਿਗ ਆਏ। ਤੇ ਬਹਾਨਾ ਦਰਸ਼ਨਾਂ ਦਾ, ਪਰ ਆਏ ਪ੍ਰਭਾਵ ਪਾਉਣਾ। ਮਹਾਰਾਜ ਦੇ ਦਰਸ਼ਨ ਕਰਨ ਲਈ ਸਤਿਗੁਰਾਂ ਦੇ ਸੱਚਖੰਡ ਦਰਬਾਰ ਅੰਦਰ ਆਏ ਹਨ। ਸੁਬੜ ਸੰਗ ਬੜ ਭੀਰ ਸੋ ਲਿਆਏ। ਹਾਂ, ਦੇਖੋ ਜਿਹੜਾ ਤੇ ਦਰਸ਼ਨ ਕਰਨ ਆਉਂਦਾ ਉਹ ਤੇ ਨੀਵਾਂ ਹੋ ਕੇ ਆਉਂਦਾ, ਉਹ ਨਾਲ ਬੰਦਿਆਂ ਦੀ ਭੀੜ ਥੋੜੀ ਲੈ ਕੇ ਤੁਰਿਆ ਫਿਰਦਾ। ਇਹ ਨਾਲ ਫੌਜਾਂ ਦੀ ਭੀੜ ਲੈ ਕੇ ਆਏ ਵੀ ਮਹਾਰਾਜ ਉੱਤੇ ਪ੍ਰਭਾਵ ਪਵੇ। ਆਗੈ ਸਤਿਗੁਰ ਵਹਿਰ ਨਿਕਸ ਕੈ। ਹਾਂਜੀ, ਸਭਾ ਲਗਾਈ ਮਹਾ ਫਰਸ਼ ਕੈ। ਮਹਾਰਾਜ ਨੇ ਵੀ ਬਾਰ-ਬਾਰ ਸਭਾ ਲਾਈ ਸੀ, ਵਿਛਾਈ ਹੋਈ ਸੀਗੀ। ਹਾਂਜੀ, ਜੋ ਦਾਸ ਨਦ ਬੱਧ ਹੋਏ ਸਾਰੇ। ਤੇ ਗੁਰੂ ਸਾਹਿਬ ਦੇ ਵੀ 2200 ਘੋੜਸਵਾਰ ਫੌਜਾਂ ਜਿਹੜੀਆਂ ਸ਼ਸਤਰ ਸਜਾ ਕੇ ਉਹ ਵੀ ਦਰਬਾਰ ਵਿੱਚ ਬੈਠੀਆਂ ਸਨ।
ਬਸਤਰ ਸ਼ਸਤਰ ਭੂਖਨ ਤਨ ਧਾਰੇ। ਉਹਨਾਂ ਨੇ ਵੀ ਫਿਰ ਸਿਪਾਹੀਆਂ ਵਾਲੇ ਕੱਪੜੇ ਪਾਏ ਆ, ਸੋਹਣੇ ਸ਼ਸਤਰ ਪਾਏ ਹਨ। ਸਿਪਰ ਕਿਰਪਾਨੈ ਕੰਚਨ ਖਚੇ। ਵਾਹ ਵਾਹ, ਸੋਨੇ ਦੀਆਂ ਮੁੱਠਾਂ ਵਾਲੀਆਂ ਤਲਵਾਰਾਂ ਉਹਨਾਂ ਸਿਪਾਹੀਆਂ ਨੇ ਹੱਥਾਂ ਵਿੱਚ ਫੜੀਆਂ, ਢਾਲਾਂ ਫੜੀਆਂ ਹਨ। ਧਨ ਇਕ ਦੀ ਸੁੰਦਰ ਬਿਦ ਰਚੇ। ਐਨ ਮਾਇਆ ਦੇ ਦੇ ਕੇ ਸੋਹਣੇ ਸ਼ਿੰਗਾਰ ਉਹਨਾਂ ਕੀਤੇ ਹਨ। ਸ਼ਬਦ ਰਬਾਬੀ ਗਾਵਤ ਲਾਗੇ। ਤੇ ਗੁਰਮੁਖੋ ਮਹਾਰਾਜ ਦੀ ਸਭਾ ਲੱਗੀ ਐ ਤੇ ਰਬਾਬੀ ਸਿੱਖ ਰਾਗਾਂ ਦੇ ਵਿੱਚ ਬੜੇ ਪਿਆਰ ਨਾਲ ਮਿੱਠੀਆਂ ਆਵਾਜ਼ਾਂ ਵਿੱਚ ਕੀਰਤਨ ਕਰ ਰਹੇ ਹਨ। ਜਿਨ ਕੋ ਸੁਨ ਗੁਰ ਗੁਣ ਅਨੁਰਾਗੇ। ਹਾਂ, ਜਿਨ੍ਹਾਂ ਨੂੰ ਸੁਣ ਸੁਣ ਕੇ ਮਨ 'ਚ ਪ੍ਰੇਮ ਪੈਦਾ ਹੁੰਦਾ ਹੈ। ਖਰੋ ਨਕੀਬ ਆਵਾਜ਼ ਪ੍ਰਕਾਸ਼ਤ। ਤੇ ਸਾਧ ਸੰਗਤ ਨਕੀਬ ਖਲੋਤਾ ਆਵਾਜ਼ ਦੇਣ ਲੱਗਾ। ਗੁਰੂ ਸੁਜਸ ਤੇ ਹਿਰਦਾ ਹੁਲਾਸਤ। ਸਾਵਧਾਨ ਹੋਸ਼ਿਆਰ, ਛੇਵੇਂ ਪਾਤਸ਼ਾਹ ਦੇ ਪੋਤਰਾ ਸਾਹਿਬ, ਸਤਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਆ ਰਹੇ ਹਨ। ਚੋਬਦਾਰ ਕੋ ਗੁਣ ਹੈ ਖਰੋ। ਗੁਰਮੁਖੋ ਚੋਬਦਾਰ ਅੱਗੇ ਅੱਗੇ ਤੁਰ ਰਿਹਾ, ਸਤਿਗੁਰੂ ਜੀ ਤੁਰਦੇ ਹੋਏ ਆਏ ਹਨ। ਕੰਚਨ ਦੰਡ ਸੁਹਾਵਤ ਖਰੋ। ਮਹਾਰਾਜ ਆਸਣ ਤੇ ਬੈਠ ਕੇ ਸੋਨੇ ਦੀਆਂ ਚੋਭਾਂ ਲੈ ਕੇ ਚੋਬਦਾਰ ਸਤਿਗੁਰਾਂ ਦੇ ਸਾਹਮਣੇ ਖਲੋ ਗਏ। ਅੱਜ ਵੀ ਜਦੋਂ ਦਰਬਾਰ ਸਾਹਿਬ ਜਲਾਓ ਲੱਗਦਾ ਹੈ, ਸੋਨੇ ਦੀਆਂ ਚੋਭਾਂ ਲੈ ਕੇ ਚੋਬਦਾਰ ਖਲੋਂਦੇ ਆ ਮਹਾਰਾਜ ਦੇ ਲਾਗੇ। ਹਾਂਜੀ, ਖਰੇ ਮੇਵਰੇ ਭੂਖਨ ਸਨੇ। ਤੇ ਗੁਰਮੁਖੋ ਮੇਵੜੇ ਅਰਦਾਸੀਏ ਸਤਿਗੁਰਾਂ ਦੇ ਸਾਹਮਣੇ ਖਲੋ ਗਏ। ਸਿੱਖਨ ਕੀ ਅਰਦਾਸਨ ਭਨੇ। ਉਹ ਮਹਾਰਾਜ ਅੱਗੇ ਗੁਰਸਿੱਖਾਂ ਦੀਆਂ ਅਰਦਾਸਾਂ ਬੇਨਤੀਆਂ ਕਰਨ ਲੱਗੇ। ਕੇਤਕ ਮਖਮਲ ਫਰਸ਼ ਕਰਾਵਾ। ਹਾਂਜੀ, ਮਖਮਲੀ ਫਰਸ਼ ਵਿਛਾਈ ਬੜੀ ਸੋਹਣੀ ਮਹਾਰਾਜ ਦੇ ਕੋਲ ਹੋਈ ਹੈ। ਚਹੂ ਔਰ ਤੇ ਰੁਚਰ ਸੁਹਾਵਾ। ਬੜਾ ਸੋਹਣਾ ਸਤਿਗੁਰਾਂ ਦਾ ਸੱਚਖੰਡ ਦਰਬਾਰ ਸਜਿਆ ਹੈ। ਬਹੁਤ ਮੋਲ ਕੇ ਵਿਛੇ ਗਲੀਚੇ। ਬੜੇ ਬੜੇ ਮਹਿੰਗੇ ਗਲੀਚੇ ਵਿਛੇ ਹਨ। ਚੋਵਾਂ ਅਤਰ ਸੁਗੰਧ ਉਲੀਚੇ। ਤੇ ਬੜਾ ਸੋਹਣੀਆਂ ਸੁਗੰਧੀਆਂ ਉੱਠ ਰਹੀਆਂ। ਹੁਣ ਮਹਾਰਾਜ ਦਾ ਦਰਬਾਰ ਤਾਂ ਇਦਾਂ ਦਾ ਹੀ ਹੋਣਾ ਚਾਹੀਦਾ ਨਾ, ਵੀ ਇਹ ਥੋੜੀ ਵੀ ਬਦਬੂ ਹੀ ਆਈ ਜਾਵੇ। ਸਤਿਗੁਰਾਂ ਦਾ ਦਰਬਾਰ ਤਾਂ ਫਿਰ ਇਦਾਂ ਦਾ ਹੀ ਹੋਣਾ ਚਾਹੀਦਾ। ਹਾਂਜੀ, ਚਾਹੋਂ ਦਿਸ਼ ਤੇ ਮਹਿਕਾਰ ਉਠੰਤੀ। ਚਾਰੇ ਪਾਸਿਓਂ ਖੁਸ਼ਬੂਆਂ ਹੀ ਆ ਰਹੀਆਂ ਹਨ। ਜ਼ਰੀਦਾਰ ਗਾਦੀ ਦੁਤਵੰਤੀ। ਹਾਂਜੀ, ਵੱਡ ਉਪਧਾਨ ਧਰੇ ਇੱਕ ਓਰੇ। ਤੇ ਮਹਾਰਾਜ ਸਤਿਗੁਰਾਂ ਦੀ ਗੱਦੀ ਦੇ ਉੱਤੇ ਸੋਹਣੇ ਸਰਾਣੇ ਰੱਖੇ ਹਨ। ਗੁੰਫੇ ਜਰੀ ਸੋ ਰੇਸ਼ਮ ਡੋਰੇ। ਉੱਤੇ ਚੰਦੋਆ ਲੱਗਾ ਹੈ। ਬੜਾ ਸੋਹਣਾ ਮਹਾਰਾਜ ਦਾ ਸਿੰਘਾਸਨ ਹੈ। ਬੈਠੇ ਵਿੱਚ ਗੁਰੂ ਹਰਿ ਰਾਏ। ਤੇ ਸਾਰਿਆਂ ਦੇ ਵਿੱਚ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਚੌਂਕੜਾ ਮਾਰ ਕੇ ਬੈਠੇ ਐ। ਉਹ ਰਾਜਿਆਂ ਦੀ ਸੋਭਾ ਮੇਰੇ ਸਤਿਗੁਰਾਂ ਦੇ ਅੱਗੇ ਕੀ ਹੈ? ਰਾਜੇ ਦੋ ਆਏ ਆ, ਇਹਨਾਂ ਦੀ ਸੋਭਾ ਮਹਾਰਾਜ ਅੱਗੇ ਕੀ ਹੈ? ਮਹਾਰਾਜ ਤਾਂ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਹਾਂਜੀ, ਕੋ ਉਪਮਾ ਕਵ ਕਹੈ ਬਨਾਏ। ਹਾਂ, ਭਾਈ ਸੰਤੋਖ ਸਿੰਘ ਕਹਿੰਦੇ, ਕਥਾ ਸੁਣਨ ਵਾਲਿਓ ਪ੍ਰੇਮੀਓ, ਤੁਸੀਂ ਬੈਠੇ ਹੋ ਮਹਾਰਾਜ ਦੀ ਕਥਾ ਸੁਣਨ ਲਈ, ਪਰ ਮੈਂ ਤੁਹਾਨੂੰ ਕੀ ਦੱਸਾਂ ਵੀ ਮਹਾਰਾਜ ਕਿਹਦੇ ਵਰਗੇ ਲੱਗਦੇ ਆ, ਕਿਉਂਕਿ ਮਹਾਰਾਜ ਵਰਗਾ ਤਾਂ ਹੈ ਹੀ ਹੋਰ ਕੋਈ ਨਹੀਂ। ਹਾਂਜੀ, ਸ਼ਕਰ ਸਹਿਤ ਸੁਰ ਗਨ ਪਰਵਾਰਤ। ਹਾਂਜੀ, ਬੈਠੇ ਬਿਸ਼ਨ ਮਨਹੁ ਦੁਤ ਧਾਰਤ। ਹਾਂ, ਇਹ ਹੀ ਕਹਿ ਸਕਦੇ ਆਂ ਵੀ ਮਾਨੋ ਰੱਬ ਹੀ ਬੈਠਾ ਹੈ। ਦੇਵਤਿਆਂ ਦਾ ਰਾਜਾ ਮੰਨਿਆ ਗਿਆ ਵਿਸ਼ਨੂੰ ਜੀ ਨੂੰ। ਕਹਿੰਦੇ ਉਹਨਾਂ ਤੋਂ ਵੀ ਸੋਹਣਾ ਸਰੂਪ ਹੈ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦਾ। ਹਾਂਜੀ, 101 ਪਾਟ ਗਰ ਜਾਮਾ। ਵਾਹ ਵਾਹ, 101 ਪੱਲਿਆਂ ਕਲੀਆਂ ਵਾਲਾ ਚੋਲਾ ਮਹਾਰਾਜ ਪਾਉਂਦੇ ਹਨ। ਬਹੁ ਸੂਖਮ ਸ਼ੋਭਤ ਅਬਰਾਮਾ। ਤੇ ਗੁਰਮੁਖੋ ਬੜਾ ਸੋਹਣਾ ਸਤਿਗੁਰੂ ਜੀ ਦਾ ਜਾਮਾ ਹੈ। ਬੜੇ ਆਨੰਦ ਵਾਲਾ ਸਤਿਗੁਰੂ ਜੀ ਦਾ
ਰੂਪ ਹੈ। ਚਮਰ ਚਾਰ ਊਪਰ ਕੋ ਫਿਰਹੀ। ਸੋਹਣਾ ਚੌਰ ਸਾਹਿਬ, ਉੱਚਾ ਗੁਰੂ ਕਾ ਸਿੱਖ ਚੌਰ ਸਾਹਿਬ ਕਰ ਰਿਹਾ ਬੜੇ ਆਨੰਦ ਨਾਲ। ਬਿਸਦ ਮਰਾਲਨ ਕੀ ਸਮਸਰਹੀ। ਕਦੀ ਚੌਰ ਸਾਹਿਬ ਆਉਂਦਾ ਇੱਧਰ ਨੂੰ, ਕਦੀ ਇੱਧਰ ਨੂੰ, ਕਦੀ ਸੱਜੇ ਕਦੀ ਖੱਬੇ। ਇਉਂ ਲੱਗਦਾ ਜਿਵੇਂ ਹੰਸ ਮਹਾਰਾਜ ਦੇ ਸੀਸ ਉੱਤੇ ਉਡਾਰੀਆਂ ਮਾਰ ਰਹੇ ਆ। ਹਾਂਜੀ, ਸਿਪਰ ਖੜਗ ਗੁਰ ਧਾਰਨ ਕਰਿਓ। ਐਨ ਮਹਾਰਾਜ ਨੇ ਢਾਲ ਵੀ ਸਜਾਈ ਆ ਤੇ ਖੜਗ ਵੀ ਗਾਤਰੇ ਪਾਈ ਐ। ਨਿਕਟ ਸਰਾਸਨ ਇਖਦੀ ਧਰਿਓ। ਹਾਂ, ਲਾਗੇ ਮਹਾਰਾਜ ਸਤਿਗੁਰਾਂ ਨੇ ਧਨੁਸ਼ ਕਮਾਨ ਵੀ ਰੱਖੀ ਐ। ਇਤ ਰਾਜੇ ਦੋਨੋਂ ਮਿਲ ਕਰਕੇ। ਇਧਰ ਦੋਵੇਂ ਰਾਜੇ ਮਿਲ ਕੇ ਆਵਤ ਭੇ ਮਸਲਤ ਕੋ ਧਰ ਕੇ। ਐਨ ਸਲਾਹ ਕਰਕੇ ਆਏ ਹਨ। ਜੇ ਕਰ ਜਾਚਿਓ ਦੇਹ ਨਾ ਹਾਥੀ। ਸਲਾਹ ਕੀ ਕੀਤੀ ਐ ਵੀ ਜੇ ਪਹਿਲਾਂ ਇੱਕ ਵਾਰੀ ਮੰਗਾਂਗੇ ਹਾਥੀ, ਜੇ ਮੰਗਿਆ ਹਾਥੀ ਨਾ ਦਿੱਤਾ ਸੁਬਡ ਸੈਨ ਬੜ ਦੋਨੋਂ ਸਾਥੀ। ਤੇ ਸਾਡੇ ਦੋਵਾਂ ਸਾਥੀਆਂ ਕੋਲ, ਭਾਵ ਸਾਡੇ ਕੋਲ ਫੌਜਾਂ ਤਾਂ ਹੈ ਹੀ, ਬਲ ਕਰ ਸ਼ੀਨ ਲੇਹ ਲੈ ਚੱਲ ਹੈ। ਤੇ ਫਿਰ ਨਹੀਂ ਤੇ ਮੰਗਿਆ ਨਾ ਦਿੱਤਾ ਤੇ ਹਾਥੀ ਖੋਹ ਲਿਆਵਾਂਗੇ। ਵੀ ਵੇਖੋ ਕਿਤੇ ਇੰਨਾ ਹੀ ਸੌਖਾ ਪਿਆ ਹੈ ਨਾ। ਗੱਲਾਂ ਕਰਨੀਆਂ ਸੌਖੀਆਂ ਨੇ, ਇਹ ਨਹੀਂ ਪਤਾ ਕਿ ਸਤਵੇਂ ਪਾਤਸ਼ਾਹ ਬੈਠੇ ਆ, ਗੁਰੂਆਂ ਦੇ ਗੁਰੂ ਬੈਠੇ ਆ, ਪਾਤਸ਼ਾਹਾਂ ਦੇ ਪਾਤਸ਼ਾਹ ਬੈਠੇ ਆ। ਕਿਤੇ ਐਵੇਂ ਹਾਥੀ ਖੋਣਾ ਸੌਖਾ ਪਿਆ ਹੈ। ਹਾਂਜੀ, ਕਹਾਂ ਗੁਰੂ ਕਿਆ ਹਮਰੇ ਤੁਲ ਹੈ। ਇਹ ਮਨ 'ਚ ਹੀ ਸੋਚਦੇ ਆ ਨਾ ਵੀ ਮਹਾਰਾਜ ਸਾਡੇ ਬਰਾਬਰ ਕੀ ਨੇ। ਹਾਂਜੀ, ਇਹ ਬੁੱਧ ਕਰ ਭੂਪਤ ਅਗਿਆਨੀ। ਇਹ ਸੋਚਾਂ ਵਿਚਾਰਾਂ ਕਰਦੇ ਦੋਵੇਂ ਅਗਿਆਨੀ ਮੂਰਖ ਰਾਜੇ ਆਏ ਨਿਕਟ ਰਾਜ ਮਦ ਮਾਨੀ। ਆਪਣੇ ਰਾਜ ਭਾਗ ਦੇ ਨਸ਼ੇ ਵਿੱਚ ਸਤਿਗੁਰਾਂ ਦੇ ਲਾਗੇ ਆਏ। ਅੰਤਰ ਜਾਮੀ ਸ਼੍ਰੀ ਹਰਿ ਰਾਏ। ਵਾਹ ਵਾਹ ਵਾਹ। ਹੁਣ ਸਾਹਮਣੇ ਕਿਹੜਾ ਕੋਈ ਕੱਚਾ ਪਿੱਲਾ ਬੈਠਾ ਹੈ। ਪਿਆਰ ਨਾਲ ਕਹੋ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਮਹਾਰਾਜ ਅੰਤਰਜਾਮੀ ਸਤਿਗੁਰ ਸੁਆਮੀ, ਅੰਤਰਜਾਮੀ ਸ਼੍ਰੀ ਹਰਿ ਰਾਏ। ਗੁਰੂ ਹਰਿ ਰਾਏ ਸਾਹਿਬ ਜੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ। ਪੀਰ ਪਛਾਨਤ। ਮਹਾਰਾਜ ਨੂੰ ਪਤਾ ਵੀ ਦਰਸ਼ਨਾਂ ਦਾ ਤੇ ਪਖੰਡ ਹੀ ਕਰ ਰਹੇ ਆ। ਹਾਂਜੀ, ਜਾਨੀ ਸਭ ਕੋ ਮਤ ਠਹਿਰਾਏ। ਮਹਾਰਾਜ ਨੇ ਸਾਰਾ, ਮਹਾਰਾਜ ਨੂੰ ਪਤਾ ਵੀ ਇਹ ਕਿਹੜੀ ਮੱਤ ਨਾਲ ਆਏ ਹਨ। ਨਾਸ਼ ਕਰੈ ਇਨ ਕੋ ਹੰਕਾਰ। ਕੋਈ ਨਹੀਂ, ਮਹਾਰਾਜ ਨੇ ਵੀ ਫਿਰ ਫੁਰਨਾ ਬਣਾਇਆ ਵੀ ਇਹਨਾਂ ਦਾ ਹੰਕਾਰ ਨਾਸ਼ ਕਰ ਹੀ ਦਿੰਨੇ ਆ। ਇਹ ਜਿਹੜੇ ਬਹੁਤੇ ਫੁੱਲੇ ਆਏ ਆ ਇਹਨਾਂ ਦੀ ਹਵਾ ਕੱਢ ਹੀ ਦਿੰਨੇ ਆ ਫਿਰ। ਹਾਂਜੀ, ਬੇਮੁਖ ਮਤ ਕੇ ਅੰਧ ਗੁਬਾਰ। ਐਵੇਂ ਮਹਾਰਾਜ ਕਹਿੰਦੇ ਫੁੱਲੇ ਪਏ ਆ ਹਉਮੈ ਵਿੱਚ, ਹਵਾ ਭਰੀ ਇਹਨਾਂ ਚ ਹੰਕਾਰ ਦੀ, ਹੁਣੇ ਕੱਢ ਦਿੰਨੇ ਹਾਂ। ਇਮ ਸਤਿਗੁਰ ਨੇ ਮਤ ਠਹਿਰਾਈ। ਇਉਂ ਮਹਾਰਾਜ ਨੇ ਵੀ ਫੁਰਨਾ ਬਣਾਇਆ। ਤਬ ਨਿਰਪ ਆਏ ਭਟ ਸਮੁਦਾਈ। ਗੁਰਮੁਖੋ ਉਦਨੋਂ ਆ ਗਏ ਰਾਜੇ ਆਪਣੀਆਂ ਫੌਜਾਂ ਨਾਲ। ਪਦ ਅਰਬਿੰਦ ਬੰਦਨਾ ਕਰਕੇ। ਤੇ ਮਹਾਰਾਜ ਨੂੰ ਮੱਥਾ ਟੇਕਿਆ ਜੀ। ਹੁਣ ਮੱਥਾ ਤਾਂ ਟੇਕਣਾ ਹੀ ਸੀ। ਹਾਂਜੀ, ਬੈਠੇ ਨਿਕਟ ਹਰਖ ਹੰਗ ਕਰਕੇ। ਐਨ ਮਹਾਰਾਜ ਦੇ ਲਾਗੇ ਬੜੀ ਖੁਸ਼ੀ ਨਾਲ ਤੇ ਹੰਗ ਹਉਮੈ ਨਾਲ ਬਹਿ ਗਏ। ਭਟ ਸਭ ਸਚਬ ਪਹਾਰ ਪਤੀ ਕੇ। ਤੇ ਸਾਧ ਸੰਗਤ ਜੀ ਕਹਿੰਦੇ ਭਟ ਸਭ ਸੱਚੇ ਪਹਾਰ ਪਤੀ ਕੇ। ਇਹਨਾਂ ਦੋਵੇਂ ਪਹਾੜੀ ਰਾਜਿਆਂ ਦੇ ਸਿਪਾਹੀ ਵੀ ਨਾਲ ਸਨ, ਵਜ਼ੀਰ ਵੀ ਨਾਲ ਸਨ। ਕਰ ਕਰ ਨਮੋ ਸਭਾ ਥਿਤ ਨੀਕੇ। ਸਾਰਿਆਂ ਨੇ ਮੱਥਾ ਟੇਕਿਆ ਤੇ ਬੈਠ ਗਏ। ਕੁਸ਼ਲ ਪ੍ਰਸ਼ਾਨ ਕਰ ਸ਼੍ਰੀ ਹਰਿ ਰਾਏ। ਕਿਤਕ ਬਾਰਤਾ ਅਪਰ ਚਲਾਏ। ਮਹਾਰਾਜ ਪੁੱਛਦੇ ਆ ਰਾਜਿਆਂ ਨੂੰ ਵੀ ਕੀ ਹਾਲ ਹੈ। ਕਹਿੰਦੇ ਮਹਾਰਾਜ ਰਾਜੀ ਖੁਸ਼ੀ ਆ। ਮਹਾਰਾਜ ਕਹਿੰਦੇ ਰਾਜ ਭਾਗ ਦੀ ਗੱਲ ਸੁਣਾਓ। ਉਹ ਵੀ ਠੀਕ ਹੈ। ਮਹਾਰਾਜ ਕਹਿੰਦੇ ਕੁਛ ਚਾਹੀਦਾ ਤਾਂ ਨਹੀਂ। ਕਹਿੰਦੇ ਨਹੀਂ ਜੀ ਨਹੀਂ, ਠੀਕ ਹੈ। ਇਉਂ ਬਚਨ ਬਲਾਸ ਹੋਣ ਲੱਗੇ। ਬਹੁਰ ਕਹਿਓ ਮਲਿਅਨ ਕੋ ਘੁਰਬੋ। ਹਾਂਜੀ। ਭੋ ਪੂਪਤ ਤੁਮ ਕਰੋ ਨਿਹਰਬੋ। ਮਹਾਰਾਜ ਸਤਿਗੁਰੂ ਕਹਿਣ ਲੱਗੇ ਚੰਗਾ ਹੋਇਆ ਤੁਸੀਂ ਆ ਗਏ ਹੋ। ਅੱਜ ਮਹਾਰਾਜ ਕਹਿੰਦੇ ਅਸੀਂ ਪਹਿਲਵਾਨਾਂ ਦਾ ਘੋਲ ਕਰਾਉਣਾ ਤੇ ਨਾਲੇ ਤੁਸੀਂ ਵੀ ਵੇਖ ਲੋਗੇ। ਹਾਂਜੀ, ਇਮ ਕਹਿ ਸ਼੍ਰੀ ਗੁਰ ਮਲ ਬੁਲਾਏ। ਮਹਾਰਾਜ ਸਤਿਗੁਰਾਂ ਨੇ ਇਹ ਵਚਨ ਕੀਤਾ ਤੇ ਗੁਰਸਿੱਖਾਂ ਨੂੰ ਕਿਹਾ ਲਿਆਓ ਭਾਈ ਪਹਿਲਵਾਨਾਂ ਨੂੰ ਲੈ ਕੇ ਆਓ। ਸੁਨਤ ਹੁਕਮ ਕੋ ਸੋ ਚਲ ਆਏ। ਤੇ ਸਾਧ ਸੰਗਤ ਜੀ ਮਹਾਰਾਜ ਦਾ ਹੁਕਮ ਸੁਣ ਕੇ
ਪਹਿਲਵਾਨ ਚੱਲ ਕੇ ਆ ਗਏ। ਜਿਨ ਕੇ ਤਨ ਦੀਰਘ ਬਲ ਭਾਰੇ। ਬੜੇ ਬੜੇ ਵੱਡੇ ਸਰੀਰ ਹੈ ਜੀ ਫਿਰ ਪਹਿਲਵਾਨਾਂ ਦੇ। ਪੁਰਾਣੇ ਤੁਸੀਂ ਬਜ਼ੁਰਗ ਬੈਠੇ ਹੋ, ਤੁਹਾਨੂੰ ਪਹਿਲਵਾਨਾਂ ਦਾ ਪਤਾ ਹੀ ਹੈ। ਪਹਿਲਵਾਨਾਂ ਦੇ ਸਰੀਰ ਵੱਡੇ ਵੱਡੇ, ਚੌੜੇ ਚੌੜੇ, ਮੋਟੇ ਮੋਟੇ ਸਰੀਰ। ਨ੍ਰਿਪਨ ਕਬੂ ਅਸ ਨਹੀਂ ਨਿਹਾਰੇ। ਉਹ ਰਾਜਿਆਂ ਨੇ ਜਦੋਂ ਸਤਿਗੁਰਾਂ ਦੇ ਪਹਿਲਵਾਨ ਵੇਖੇ ਤਾਂ ਅੱਖਾਂ ਹੀ ਖੁੱਲੀਆਂ ਰਹਿ ਗਈਆਂ, ਟੱਡੀਆਂ ਹੀ ਰਹਿ ਗਈਆਂ। ਐਡੇ ਤਗੜੇ ਪਹਿਲਵਾਨ ਕਹਿੰਦੇ ਵੇਖੇ ਹੀ ਨਹੀਂ ਸੀ ਕਦੀ। ਹਾਂਜੀ। ਕਿਸ ਕੋ ਮਲ ਭਿਰੈ ਅਬ ਆਏ। ਮਹਾਰਾਜ ਸਤਿਗੁਰਾਂ ਨੇ ਗੁਰਸਿੱਖ ਨੂੰ ਕਿਹਾ ਵੀ ਮਾਰ ਲਲਕਾਰਾ। ਰਾਜੇ ਵੀ ਬੈਠੇ ਆ। ਉਹਨੇ ਪੁੱਛਿਆ ਵੀ ਹੈ ਕੋਈ ਪਹਿਲਵਾਨ ਜਾਂ ਹੈ ਕੋਈ ਕਿਸੇ ਦਾ ਪਹਿਲਵਾਨ ਜਿਹੜਾ ਸਤਿਗੁਰਾਂ ਦੇ ਪਹਿਲਵਾਨਾਂ ਨਾਲ ਘੋਲ ਕਰੇ। ਪ੍ਰਾਨ ਹਾਨ ਕਰ ਦੇਤ ਗਿਰਾਏ। ਕਹਿੰਦੇ ਵੇਖ ਲਓ ਮਹਾਰਾਜ ਦੇ ਪਹਿਲਵਾਨ ਨੇ ਬੜੇ ਬਲ ਵਾਲੇ ਹਨ। ਡਰਤ ਨ ਸਨਮੁਖ ਹੋਵੇ ਕੋਈ। ਗੁਰਮੁਖੋ ਪਹਿਲਵਾਨ ਤਾਂ ਹੋਰ ਵੀ ਆਏ ਸੀ, ਛਿੰਝ ਦਾ ਮੇਲਾ ਸੀ, ਪਰ ਕੋਈ ਪਹਿਲਵਾਨ ਡਰਦਾ ਸਾਹਮਣੇ ਹੀ ਨਹੀਂ ਆਇਆ ਮਹਾਰਾਜ ਦੇ ਪਹਿਲਵਾਨਾਂ ਦੇ। ਕੁਸ਼ਤੀ ਕਰਤ ਪਰਸ ਪਰ ਦੋਈ। ਹੁਣ ਤਾਂ ਗੱਲ ਚੱਲੀ ਵੀ ਕੋਈ ਉੱਠੇ ਕੁਸ਼ਤੀ ਕਰੇ। ਹਾਂਜੀ। ਆਨ ਤਿਨੋ ਅਬ ਬੰਦਨ ਠਾਨੀ। ਹਾਂਜੀ। ਦੇਖ ਦੁਹਨ ਦਿਸ਼ ਗੁਰੂ ਬਖਾਨੀ। ਉਹ ਫਿਰ ਸਤਿਗੁਰਾਂ ਦੇ ਜਿਹੜੇ ਦੋ ਪਹਿਲਵਾਨ ਨੇ ਨਾ, ਗੱਲ ਚੱਲੀ ਵੀ ਇਹ ਹੁਣ ਇਹ ਆਪਸ ਵਿੱਚ ਹੀ ਘੁਲਣਗੇ, ਕੁਸ਼ਤੀ ਕਰਨਗੇ। ਮਹਾਰਾਜ ਦੇ ਦੋਵੇਂ ਪਹਿਲਵਾਨ ਨੇ। ਉਹ ਮਹਾਰਾਜ ਦੇ ਕੋਲ ਆਏ, ਕੁਸ਼ਤੀ ਕਰਨ ਤੋਂ ਪਹਿਲਾਂ ਮਹਾਰਾਜ ਨੂੰ ਮੱਥਾ ਟੇਕਿਆ। ਫਿਰੋ ਪਰਸ ਪਰ ਨ੍ਰਿਪਨ ਦਿਖਾਵੋ। ਮਹਾਰਾਜ ਗੁਰੂ ਹਰਿ ਰਾਏ ਸਾਹਿਬ ਬੈਠੇ ਆਸਣ ਦੇ ਉੱਤੇ। ਸਤਿਗੁਰੂ ਕਹਿੰਦੇ ਚੰਗਾ ਭਾਈ ਫਿਰ ਘੋਲ ਕਰੋ, ਤਾਂ ਰਾਜਿਆਂ ਨੂੰ ਵੀ ਘੋਲ ਵਿਖਾਓ ਜਰਾ। ਹਾਂਜੀ। ਜੋਰ ਆਪਨੋ ਸਕਲ ਜਨਾਵੋ। ਲਾਓ ਮਹਾਰਾਜ ਕਹਿੰਦੇ ਜੋਰ ਵਿਖਾਓ ਆਪਣਾ। ਹੁਕਮ ਪਾਏ ਕਰ ਬੰਦਨ ਦੋ। ਗੁਰਮੁਖੋ ਦੋਵਾਂ ਨੇ ਹੁਕਮ ਪਾ ਕੇ ਮੱਥਾ ਟੇਕਿਆ ਸਤਿਗੁਰਾਂ ਨੂੰ। ਭਰੇ ਬਿਲੋਕਤ ਹੈ ਸਭ ਕੋ। ਸਾਰੇ ਵੇਖਣ ਲੱਗੇ ਵੀ ਹੁਣ ਘੋਲ ਹੋਏਗਾ। ਭੁਜਨ ਠੋਕ ਤੇ ਸ਼ਬਦ ਉਠਾਵੇ। ਵਾਹ ਵਾਹ ਵਾਹ। ਪਹਿਲਵਾਨ ਫਿਰ ਐ ਭੁਜਨ ਬਾਹਾਂ ਨੂੰ ਐ ਹੱਥ ਮਾਰਦੇ, ਇਹਨੂੰ ਕਹਿੰਦੇ ਬਾਹਾਂ ਠੋਕਣੀਆਂ। ਉਹ ਫਿਰ ਪਹਿਲਵਾਨਾਂ ਦੀਆਂ ਬਾਹਾਂ ਤੇ ਪਹਿਲਵਾਨਾਂ ਦਾ ਹੀ ਹੱਥ। ਤੇ ਫਿਰ ਜਦੋਂ ਪਹਿਲਵਾਨਾਂ ਦੀਆਂ ਬਾਹਾਂ ਤੇ ਇੱਕ ਦੂਜੇ ਦੇ ਪਹਿਲਵਾਨ ਦੇ ਹੱਥ ਵੱਜਦੇ, ਫਿਰ ਉਹ ਆਵਾਜ਼ ਆਉਂਦੀ ਹੈ। ਹਾਂਜੀ। ਨਰਨ ਪਹਾੜੀ ਹਿਰਦੇ ਡਰਾਵੇ। ਜਿਵੇਂ ਥਾਪੀ ਦੇਈਦੀ ਹੈ। ਉਹ ਪਹਾੜੀਆਂ ਦੇ ਸਿਪਾਹੀ ਵੇਖ ਵੇਖ ਕੇ ਡਰਨ, ਉੱਤੇ ਡਾ ਭਲਾ ਹੋ ਜੇ। ਕਹਿੰਦੇ ਏਡੇ ਵੱਡੇ ਵੱਡੇ ਪਹਿਲਵਾਨ ਰੱਖੇ ਮਹਾਰਾਜ ਨੇ। ਹਾਂਜੀ। ਉਪਰ ਤਰੇ ਦਾਵ ਬਹੁ ਕਰੈ। ਫਿਰ ਹੌਲੀ ਹੌਲੀ ਕੁਸ਼ਤੀ ਸ਼ੁਰੂ ਹੋ ਗਈ ਜੀ। ਉੱਪਰ ਥੱਲੇ ਦਾ ਦਾ ਲਾਉਣ ਲੱਗੇ। ਧਰਤੀ ਗਰਤ ਭਇਓ ਜਿਤ ਫਿਰੈ। ਵਾਹ ਵਾਹ। ਜਿੱਧਰ ਪਹਿਲਵਾਨ ਡਿੱਗਦਾ ਨਾ, ਦੂਜਾ ਪਹਿਲਵਾਨ ਉੱਤੇ ਚੜਦਾ, ਦਾ ਲਾਉਂਦਾ, ਉਧਰ ਧਰਤੀ ਧੱਸ ਜਾਂਦੀ ਸੀ। ਐਡੇ ਬਲੀ ਸਨ, ਐਡੇ ਜ਼ੋਰ ਵਾਲੇ ਸਨ। ਇਤ ਉਤ ਹੋਤ ਅੰਕ ਭਰ ਪਰੇ। ਐ ਇੱਕ ਦੂਜੇ ਨੂੰ ਜੱਫੇ ਚ ਪਾ ਕੇ ਕਦੀ ਇੱਧਰ ਕਦੀ ਇੱਧਰ ਘੋਲ ਜੂ ਹੁੰਦੇ ਆ ਜੀ। ਹਾਂਜੀ। ਕਬ ਉਪਰ ਕਬ ਹੋਵਸ ਤਰੈ। ਕਦੀ ਕੋਈ ਪਹਿਲਵਾਨ ਉੱਤੇ ਕਦੀ ਕੋਈ ਉੱਤੇ। ਭੀਖ ਭਿਆਨਕ ਭੂਰ ਭਏ ਹੈ। ਇੰਜ ਫਿਰ ਭੂਰ ਭਿਆਨਕ ਮੁਕਾਬਲਾ ਹੋਇਆ। ਮਹਾ ਓਜ ਤੇ ਤੇਜ ਤਏ ਹੈ। ਦੋਵਾਂ ਨੇ ਬੜਾ ਜ਼ੋਰ ਲਾਇਆ, ਬੜਾ ਬਲ ਲਾਇਆ। ਦਵੈ ਘਟਕਾ ਲਗ ਆਪਸ ਮਾਹੀ। ਦੋ ਘੜੀਆਂ ਘੋਲ ਹੀ ਹੁੰਦਾ ਰਿਹਾ। ਨਹੀਂ ਤਾਂ ਸਾਧ ਸੰਗਤ ਜੀ ਸਾਹਮਣੇ ਮਾੜਾ ਪਹਿਲਵਾਨ ਹੋਵੇ, 2 ਘੜੀਆਂ ਲੰਮਾ ਟਾਈਮ ਹੈ। ਲਗਭਗ ਨਹੀਂ ਤਾਂ ਘੰਟਾ ਡੇਢ ਘੰਟੇ ਤੋਂ ਵੱਧ ਟਾਈਮ ਘੋਲ ਹੀ ਕਰਦੇ ਰਹੇ। ਹਾਰ ਜਿੱਤ ਦਾ ਫੈਸਲਾ ਨਹੀਂ ਹੋਇਆ। ਤੇ ਮਾੜਾ ਬੰਦਾ ਤੇ ਇੱਕ ਪਹਿਲਵਾਨ ਉੱਤੇ ਬਹਿ ਜੇ, ਬਸ ਸਾਹ ਸੱਤਿਆ ਗਏ ਜੀ। ਮਿੰਟਾਂ ਸਕਿੰਟਾਂ ਦੀ ਖੇਡ ਹੈ। ਘੰਟਾ ਡੇਢ ਘੰਟਾ ਘੋਲ ਹੁੰਦਾ ਰਿਹਾ, ਪਰ ਅਜੇ ਫੈਸਲਾ ਨਹੀਂ ਹੋ ਰਿਹਾ। ਭਿਰਤ ਦਾਵ ਨਾਨਾ ਦਿਖ ਰਾਹੀ। ਉਹ ਵੀ ਦਾ ਵਿਖਾਉਂਦਾ, ਇਹ ਵੀ ਦਾ ਵਿਖਾਉਂਦਾ ਹੈ। ਦੋਨੋਂ ਸੰਭਲ ਧਾਰਤ ਰਹੇ। ਦੋਵੇਂ ਬਰਾਬਰ ਹੀ ਚੱਲ ਰਹੇ ਹੈ। ਕਹਿੰਦੇ ਨਾ ਗੇਮ ਬਰਾਬਰ ਜਾ ਰਹੀ ਹੈ। ਦੋਵਾਂ ਪਹਿਲਵਾਨਾਂ ਨੇ ਬਰਾਬਰ ਦਾ ਘੋਲ ਕੀਤਾ। ਨਿਕਟ ਬੁਲਾਏ ਗੁਰੂ ਬਚ ਕਹੇ। ਤੇ ਗੱਲ ਕੀ ਹੈ ਵੀ ਉਹ ਫੈਸਲਾ ਹੋ ਹੀ ਨਹੀਂ ਰਿਹਾ। ਮਹਾਰਾਜ ਨੇ ਫਿਰ ਕਹਿਣ ਲੱਗੇ ਵੀ ਬਸ ਕਰੋ, ਫੈਸਲਾ ਕਰਦੇ ਆ।
ਆ ਜਾਓ ਦੋਵੇਂ ਹੀ ਸਾਡੇ ਕੋਲ ਆ ਜਾਓ। ਅਪਰ ਮਲ ਨਹਿ ਥਿਰੇ ਅਗਾਰੀ। ਮਹਾਰਾਜ ਕਹਿੰਦੇ ਕੋਈ ਹੋਰ ਤਾਂ ਨਹੀਂ ਹੈਗਾ ਭਲਵਾਨ? ਰਾਜਿਆਂ ਨੂੰ ਪੁੱਛਿਆ ਵੀ ਕੋਈ ਤੁਹਾਡਾ ਭਲਵਾਨ ਤਾਂ ਨਹੀਂ ਹੈਗਾ? ਉਹ ਵੀ ਚੁੱਪ ਰਹੇ ਜੀ। ਹਾਂਜੀ, ਹੀਰਤ ਰਹੇ ਤਰਾਸ ਕਰ ਭਾਰੀ। ਸਾਰੇ ਡਰੇ ਹੀ ਰਹੇ ਵੀ ਐਡੇ ਵੱਡੇ ਵੱਡੇ ਭਲਵਾਨ ਨੇ ਮਹਾਰਾਜ ਦੇ। ਹਾਂਜੀ, ਤੁਮ ਸਮ ਹੋ ਕਮ ਬਲ ਨਹਿ ਕੋ। ਹਾਂਜੀ, ਦੇਖੇ ਸਭਨ ਭਿਰਤ ਅਬ ਦੋ। ਤੇ ਮਹਾਰਾਜ ਸਤਿਗੁਰਾਂ ਨੇ ਬਚਨ ਕੀਤਾ, ਤੁਮ ਸਮ ਹੋ ਕਮ ਬਲ ਨਹਿ ਕੋ। ਭਾਈ ਤੁਸੀਂ ਦੋਵੇਂ ਜਿੱਤੇ ਹੋ, ਕਹਿਣ ਲੱਗੇ ਤੁਸੀਂ ਦੋਵੇਂ ਜਿੱਤੇ ਹੋ, ਤੁਸੀਂ ਬਰਾਬਰ ਹੋ ਇੱਕ ਦੂਜੇ ਦੇ, ਕਿਸੇ 'ਚ ਘੱਟ ਜ਼ੋਰ ਨਹੀਂ ਹੈਗਾ, ਸਾਰਿਆਂ ਨੇ ਵੇਖ ਲਿਆ ਹੈ। ਨਿਰਣੇ ਕਰ ਨਿਜ ਬਲ ਕੋ ਕਹੀਐ। ਹਾਂਜੀ, ਕਿਤਕ ਧਰਤ ਹੋ ਹਮ ਤਿਸ ਲਹੀਐ। ਹੁਣ ਮਹਾਰਾਜ ਕਹਿਣ ਲੱਗੇ ਵੀ ਚਲੋ ਹੁਣ ਸਾਨੂੰ ਇਹ ਦੱਸ ਦਿਓ ਵੀ ਤੁਹਾਡੇ 'ਚ ਜਾਨ ਕਿੰਨੀ ਕੁ ਹੈਗੀ ਹੈ, ਨਿਰਣਾ ਕਰਕੇ ਸਾਨੂੰ ਦੱਸੋ। ਹਾਥ ਜੋਰ ਬੋਲੇ ਤਿਹ ਸਮੈ। ਉਹ ਦੋਵੇਂ ਹੀ ਪਹਿਲਵਾਨ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ, ਕਿਰਪਾ ਆਪ ਕੀ ਕੋ ਬਲ ਹਮੈ। ਮਹਾਰਾਜ ਪਹਿਲੀ ਗੱਲ, ਸਾਡੇ 'ਚ ਕੋਈ ਬਲ ਨਹੀਂ ਹੈ, ਜੇ ਕੋਈ ਬਲ ਹੈ ਤਾਂ ਤੁਹਾਡੀ ਕਿਰਪਾ ਦਾ ਹੀ ਹੈ। ਸਿੱਖ ਨੇ ਕਿਰਪਾ ਵੀ ਅੱਗੇ ਰੱਖਣੀ ਹੈ ਨਾ। ਮਹਾਰਾਜ ਆਪ ਜੀ ਦੀ ਕਿਰਪਾ ਦਾ ਹੀ ਬਲ ਹੈ ਸਾਡੇ ਵਿੱਚ। ਕੂਰ ਨ ਕਹੈ ਸਭਾ ਮਹਿ ਅਬੈ। ਤੇ ਬਾਕੀ ਸਭਾ ਵਿੱਚ ਝੂਠ ਨਹੀਂ ਕਵਾਂਗੇ, ਤੁਸੀਂ ਜੋ ਪੁੱਛਿਆ ਉਹ ਦੱਸਾਂਗੇ। ਨਿਜ ਬਲ ਸ਼ਕਤ ਸੁਨਾਵਤ ਸਭੈ। ਮਹਾਰਾਜ ਹੁਣ ਅਸੀਂ ਤੁਹਾਡੀ ਕਿਰਪਾ ਦਾ ਬਲ ਜਿਹੜਾ ਤੁਸੀਂ ਸਾਨੂੰ ਦਿੱਤਾ ਉਹ ਸੁਣਾਉਂਦੇ ਹਾਂ। ਤੁਮ ਟਿਕ ਰਾਜੇ ਜੇ ਇਨ ਰਾਜ। ਮਹਾਰਾਜ ਆ ਜਿਹੜੇ ਦੋ ਰਾਜੇ ਤੁਹਾਡੇ ਲਾਗੇ ਬੈਠੇ ਆ ਨਾ, ਕਹਿਲੂਰ ਦਾ ਤੇ ਹੰਡੂਰ ਦਾ, ਸਕਲ ਬਾਹਨੀ ਸਹਿਤ ਸਮਾਜ। ਇਹਨਾਂ ਦੋਵਾਂ ਰਾਜਿਆਂ ਦੀਆਂ ਸਾਰੀਆਂ ਫੌਜਾਂ, ਇਨ ਦੋਇਨ ਕੇ ਸੈਲ ਉਠਾਏ। ਫੌਜਾਂ ਸਮੇਤ ਇਹਨਾਂ ਦੇ ਪਹਾੜ ਤੁਹਾਡੀ ਕਿਰਪਾ ਨਾਲ ਅਸੀਂ ਚੁੱਕ ਸਕਦੇ ਹਾਂ ਮਹਾਰਾਜ। ਹਾਂਜੀ, ਨਿਜ ਹਾਥਨ ਤੇ ਦੇ ਉਲਟਾਏ। ਮਹਾਰਾਜ ਤੁਹਾਡੀ ਕਿਰਪਾ ਦਾ ਬਲ ਹੈ, ਅਸੀਂ ਇਹਨਾਂ ਦੇ ਪਹਾੜ ਚੁੱਕ ਕੇ ਆਪਣੇ ਹੱਥਾਂ ਨਾਲ ਉਲਟਾ ਸਕਦੇ ਹਾਂ। ਸਤਿ ਸ੍ਰੀ ਅਕਾਲ। ਵੇਖੋ ਐਡਾ ਬਲ ਹੈ ਉਹਨਾਂ 'ਚ, ਤੇ ਜਿਹੜੇ ਰਾਜੇ ਬੈਠੇ ਸੋਚਣ ਦੇ ਉਹਨਾਂ ਦੇ ਤਾਂ ਰੰਗ ਹੀ ਉੱਡਣ ਦੇ ਹੋਣੇ ਵੀ ਅਸੀਂ ਤਾਂ ਕਿਹਾ ਸੀ ਮਹਾਰਾਜ ਨੂੰ ਡਰਾ ਕੇ ਹਾਥੀ ਲੈ ਕੇ ਆਵਾਂਗੇ, ਉਹ ਇਹਨਾਂ ਦੇ ਤੇ ਭਲਵਾਨ ਸਾਡੇ ਪਹਾੜ ਉਲਟਾ ਸਕਦੇ। ਸਾਧ ਸੰਗਤ ਜੀ, ਜੇ ਹਨੂਮਾਨ ਪਹਾੜ ਚੁੱਕ ਕੇ ਲਿਆ ਸਕਦਾ ਇੱਕ ਬੂਟੀ ਵਾਸਤੇ, ਤੇ ਸਤਿਗੁਰਾਂ ਦੇ ਪਹਿਲਵਾਨ ਵੀ ਪਹਾੜ ਚੁੱਕ ਸਕਦੇ ਐ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਲੱਖਾਂ ਬਾਹਾਂ ਆ ਜਾਣ, ਜਿਹਦੇ ਵੱਲ ਗੁਰੂ ਹੈ ਉਹਨੂੰ ਉਹਦਾ ਕੋਈ ਕੀ ਕਰ ਸਕਦਾ ਹੈ। ਹਾਂਜੀ, ਗਿਰ ਕਹਿਲੂਰ ਹੰਡੂਰਨ ਜੋਏ। ਇਹ ਮਹਾਰਾਜ ਕਹਿਲੂਰ ਪਹਾੜ ਤੇ ਹੰਡੂਰ ਪਹਾੜ ਜਿਹੜਾ ਹੈ, ਦੋ ਹਮ ਕਰੈ ਉਚਾਵਨ ਦੋਏ। ਮਹਾਰਾਜ ਦੋਵੇਂ ਉਹਨਾਂ ਨੂੰ ਚੁੱਕ ਸਕਦੇ ਆ ਪਹਾੜਾਂ ਨੂੰ, ਤੁਹਾਡੀ ਕਿਰਪਾ ਦਾ ਬਲ ਹੈ ਸਾਡੇ ਵਿੱਚ। ਕਹੋ ਪਰਸਪਰ ਦੇਹ ਪਿਰਾਏ। ਮਹਾਰਾਜ ਜੇ ਕਹੋ ਤਾਂ ਤਾੜੀ ਮਰਵਾ ਦਈਏ ਦੋਵਾਂ ਪਹਾੜਾਂ ਦੀ। ਚੂਰਨ ਹੋਏ ਪਰੇ ਧਰ ਜਾਏ। ਮਹਾਰਾਜ ਧੂੜ ਚ ਮਿਲਾ ਦਿਆਂਗੇ ਇਹਨਾਂ ਪਹਾੜਾਂ ਨੂੰ। ਹੁਕਮ ਆਪ ਕਰ ਬੇਕੀ ਦੇਰ। ਮਹਾਰਾਜ ਤੁਹਾਡਾ ਹੁਕਮ ਕਰਨ ਦੀ ਦੇਰ ਹੈ। ਹਾਂਜੀ, ਕਹੋ ਕਰੇ ਨ ਬਿਲ ਮਹਿ ਫੇਰ। ਮਹਾਰਾਜ ਹੁਕਮ ਕਰੋ, ਫਿਰ ਕਿਹੋ ਜੇ ਦੇਰ ਕਰਾਂਗੇ ਤਾਂ। ਹਾਂਜੀ, ਕਹਿਓ ਹਮਾਰੋ ਕੂਰ ਨ ਜਾਣਹੁ। ਮਹਾਰਾਜ ਸਾਡਾ ਕਿਹਾ ਝੂਠਾ ਨਾ ਜਾਣਿਓ। ਲਖੋ ਕੂਰ ਪਤੀ ਆਵਨ ਠਾਨਹੁ। ਮਹਾਰਾਜ ਜੇ ਸਮਝੋ ਵੀ ਝੂਠ ਹੈ, ਗੱਪ ਮਾਰੀ ਹੈ, ਮਹਾਰਾਜ ਸਾਨੂੰ ਪਰਖ ਕੇ ਵੇਖ ਲਵੋ। ਸੁਨ ਤਿਨ ਤੇ ਰਾਜੇ ਉਰ ਡਰੇ। ਸਾਧ ਸੰਗਤ ਜੀ, ਉਹਨਾਂ ਦਾ ਤੇ ਪਰਸੀਨਾ ਚੋਣ ਲੱਗ ਪਿਆ ਰਾਜਿਆਂ ਦਾ। ਮਹਾ ਤਰਾਸ ਤੇ ਕੰਪਾ ਧਰੇ। ਉਹ ਡਰ ਗਏ, ਉਹ ਤਾਂ ਪਰਸੀਨਾ ਚੋ ਪਿਆ, ਅੰਦਰੋਂ ਕੰਬਣ ਲੱਗ ਪਏ ਵੀ ਐਡੇ ਵੱਡੇ ਭਲਵਾਨ ਮਹਾਰਾਜ ਦੇ। ਹਾਂਜੀ, ਹਮਰੇ ਮਨ ਕੀ ਗੁਰ ਨੇ ਜਾਨੀ। ਉਹ ਫਿਰ ਸਮਝ ਗਏ ਵੀ ਗੁਰੂ ਅੰਤਰਜਾਮੀ ਹੈ, ਸਾਡਾ ਹੰਕਾਰ ਨਾਸ ਕਰ ਰਹੇ ਹੈ। ਸਾਡੇ ਅੰਦਰ ਦੀ ਗੱਲ ਮਹਾਰਾਜ ਨੇ ਜਾਣ ਲਈ ਹੈ ਵੀ ਅਸੀਂ ਹਾਥੀ ਮੰਗਣ ਨਹੀਂ, ਅਸੀਂ ਹਾਥੀ ਖੋਹਣ ਆਏ ਸਾਂ। ਹਾਂਜੀ,
ਜਾਂ ਤੇ ਇਹ ਲੀਲਾ ਅਬ ਠਾਨੀ। ਇਸ ਕਰਕੇ ਮਹਾਰਾਜ ਲੀਲਾ ਵਰਤਾ ਰਹੇ ਨੇ। ਕਰਾਮਾਤ ਸਾਹਿਬ ਵੱਡ ਜਾਣੇ। ਹਾਂ, ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਜੀ ਵੱਡੇ ਆ, ਕਰਾਮਾਤੀ ਆ, ਤੇ ਸਾਡੀਆਂ ਲੱਲੀ ਛੱਲੀ ਗੱਲਾਂ ਨਹੀਂ ਚੱਲਣੀਆਂ। ਰਾਜ ਹੰਕਾਰ ਆਪਨੋ ਹਾਨੇ। ਉਹਨਾਂ ਦੇ ਮਨ ਚ ਜਿਹੜਾ ਰਾਜਾ ਪੁਣਾ ਵੜਿਆ ਸੀ ਨਾ, ਉਹ ਨਿਕਲ ਗਿਆ। ਉਠੋ ਦੁਨ ਤਬ ਚਰਨੀ ਪਰੇ। ਦੋਵੇਂ ਰਾਜੇ ਚੁੱਪ ਕਰਕੇ ਉੱਠੇ ਤੇ ਮਹਾਰਾਜ ਨੂੰ ਮੱਥਾ ਟੇਕਿਆ। ਨਿਰਹੰਕਾਰ ਬਿਨੈ ਬਹੁ ਕਰੇ। ਐਨ ਨਿਮਰਤਾ ਵਿੱਚ ਆ ਕੇ ਨਿੰਮੋ ਝੂਣੇ ਹੋਏ ਬੇਨਤੀ ਕਰਨ ਲੱਗੇ। ਹਮ ਅਗਿਆਤ ਰਾਜ ਹੰਕਾਰੀ। ਮਹਾਰਾਜ, ਅਸੀਂ ਐਵੇਂ ਅਗਿਆਨ ਦੀ ਰਾਤ ਚ ਹੰਕਾਰੀ ਸਾਂ। ਬੁੱਧੀ ਭੂਲਨ ਹਾਰ ਹਮਾਰੀ। ਮਹਾਰਾਜ, ਸਾਡੇ ਤੋਂ ਭੁੱਲ ਹੋ ਗਈ। ਬਖਸ਼ ਲਿਓ ਪ੍ਰਭ ਕਰੁਣਾ ਕਰ ਕੈ। ਮਹਾਰਾਜ, ਮਿਹਰ ਕਰੋ, ਸਾਨੂੰ ਬਖਸ਼ ਲਵੋ। ਦਾਸ